न्यू चैप्टर आप स्टार्ट करन लगे हैं दैट इज़ स्क्वेयर एंड स्क्वेयर रूट। ठीक है, ਇਹਦੇ ਵਿੱਚ ਮੇਨਲੀ ਆਪਾਂ ਪੜਾਂਗੇ ਕਿ ਸਕੁਅਰ ਨੂੰ ਕਿਵੇਂ ਸੋਲਵ ਕਰੀਦਾ ਹੈ ਤੇ ਸੈਕੰਡਲੀ ਆਪਾਂ ਪੜਾਂਗੇ ਸਕੁਅਰ ਰੂਟ ਕਿਵੇਂ ਸੋਲਵ ਕਰੀਦੇ ਆ। ਠੀਕ ਹੈ, ਸਕੁਅਰ ਰੂਟ ਦਾ ਸਿੰਬਲ ਹੁੰਦਾ ਆ ਵਾਲਾ ਇਦਾਂ ਦਾ, ਆ ਹੁੰਦਾ ਸਕੁਅਰ ਰੂਟ। ਠੀਕ ਹੈ, ਸਕੁਅਰ ਤਾਂ ਸਿੰਪਲ ਹੁੰਦਾ, ਜਿਵੇਂ ਮੰਨ ਲਓ ਆਪਾਂ 2 ਦਾ ਸਕੁਅਰ ਕਰਨਾ ਹੈ, 2 ਦਾ ਸਕੁਅਰ ਮਤਲਬ ਆਪਾਂ ਕੀਤਾ ਹੋਇਆ ਨਾ ਪਾਵਰ ਐਂਡ ਐਕਸਪੋਨੈਂਟ 'ਚ, 2 ਦਾ ਸਕੁਅਰ ਮਤਲਬ 2 × 2, 4 ਦਾ ਸਕੁਅਰ ਮਤਲਬ 4 × 4। ਜੇ ਅੱਜ ਸਕੁਅਰ ਆਫ 12 ਨੂੰ ਸੋਲਵ ਕਰੋ ਤਾਂ ਕਿਵੇਂ ਲਿਖੋਗੇ? 12 ਦਾ ਸਕੁਅਰ दैट इज़ 12 × 12 दैट इज़ 144। ਤਾਂ ਇੱਦਾਂ ਸਕੁਅਰ ਕਰਨੇ ਤਾਂ ਬਹੁਤ ਈਜ਼ੀ ਹੈ। ਠੀਕ ਹੈ, ਸਕੁਅਰ ਤਾਂ ਈਜ਼ੀਲੀ ਹੋ ਜਾਣਗੇ, ਬਟ ਪ੍ਰੋਬਲਮ ਆ ਜਾਊਗੀ ਆਪਣੀ ਸਕੁਅਰ ਰੂਟ ਤੇ ਕਿ ਸਕੁਅਰ ਰੂਟ ਕੀ ਹੁੰਦੇ ਆ। ਠੀਕ ਹੈ, ਤਾਂ ਸਕੁਅਰ ਰੂਟ ਪੜ੍ਹਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਕੋਲ ਇੱਕ ਬੇਸਿਕ ਡੈਫੀਨੇਸ਼ਨ ਹੈ। ਉਹ ਫਸਟ ਡੈਫੀਨੇਸ਼ਨ ਆਪਣੇ ਕੋਲ ਪਰਫੈਕਟ ਸਕੁਅਰ ਦੀ, ਕਿ ਜਿਹੜਾ ਇੱਕ ਨੰਬਰ ਹੈ ਉਹ ਪਰਫੈਕਟ ਸਕੁਅਰ ਆਪਾਂ ਨੂੰ ਕਦੋਂ ਕਵਾਂਗੇ। ਦੇਖੋ ਮੰਨ ਲਓ ਮੇਰੇ ਕੋਲ ਕੋਈ ਵੀ ਨੰਬਰ ਹੈ, ਜਿਵੇਂ 16 ਹੈ, 16 ਨੰਬਰ ਮੈਂ ਚੈੱਕ ਕਰਨਾ ਕਿ ਪਰਫੈਕਟ ਸਕੁਅਰ ਹੈਗਾ ਕਿ ਨਹੀਂ। ਪਰਫੈਕਟ ਸਕੁਅਰ ਕਿਵੇਂ ਚੈੱਕ ਕਰਨਾ, ਮਤਲਬ ਐਕਚੁਅਲੀ ਪਰਫੈਕਟ ਸਕੁਅਰ ਦਾ ਮਤਲਬ ਕੀ ਹੈ ਕਿ ਮੈਂ √16 ਨੂੰ ਸੋਲਵ ਕਰਨਾ ਹੈ। √16 ਮਤਲਬ ਕਿ ਮੈਂ ਸਕੁਅਰ ਰੂਟ ਆਫ 16 ਨੂੰ ਸੋਲਵ ਕਰਨਾ ਹੈ। ਕਿਵੇਂ ਸੋਲਵ ਹੁੰਦਾ ਧਿਆਨ ਨਾਲ ਦੇਖੋ। ਆਪਣੇ ਕੋਲ ਵੈਸੇ 2 ਮੈਥਡ ਹੁੰਦੇ ਆ, ਇੱਕ ਤਾਂ ਪ੍ਰਾਈਮ ਫੈਕਟਰਾਈਜੇਸ਼ਨ ਵਾਲਾ ਮੈਥਡ ਹੋਊਗਾ, ਇੱਕ ਹੋਊਗਾ ਡਿਵੀਜ਼ਨ ਮੈਥਡ। ਤਾਂ ਫਸਟ ਆਪਾਂ ਮੇਨਲੀ ਪ੍ਰਾਈਮ ਫੈਕਟਰਾਈਜੇਸ਼ਨ ਯੂਜ਼ ਕਰਾਂਗੇ ਤੇ ਸੈਕਿੰਡ ਆਪਾਂ ਹੌਲੀ ਹੌਲੀ ਜਿਵੇਂ ਅੱਗੇ ਐਕਸਰਸਾਈਜ਼ 'ਚ ਜਾਵਾਂਗੇ ਉੱਥੇ ਆਪਾਂ ਡਿਵੀਜ਼ਨ ਮੈਥਡ ਯੂਜ਼ ਕਰਾਂਗੇ। ਤਾਂ ਫਸਟ ਮੈਂ ਤੁਹਾਨੂੰ ਸਿੰਪਲ ਜਿਹਾ ਮੈਥਡ ਸਮਝਾਉਣ ਲੱਗੀ, ਬਹੁਤ ਈਜ਼ੀ ਹੈ। ਬਸ 16 ਨੂੰ ਲਿਖੋ, ਇਹਦਾ ਐਲਸੀਐਮ ਲੈ ਲਓ 2, ਜਿਵੇਂ ਆਪਾਂ ਆਮ ਸਿੰਪਲ ਲੈਂਦੇ ਹਾਂ ਉਵੇਂ ਸਿੰਪਲ ਐਲਸੀਐਮ ਲੈ ਲਓ। ਠੀਕ ਹੈ, ਐਲਸੀਐਮ ਲੈਣ ਤੋਂ ਬਾਅਦ ਕੀ ਕਰਨਾ, ਜਿਵੇਂ ਆਪਣੇ ਕੋਲ ਸਾਰੇ ਬਣ ਗਏ ਨਾ, ਦੇ ਫੈਕਟਰਸ ਬਣ ਗਏ, ਉਸ ਤੋਂ ਬਾਅਦ ਆਪਾਂ ਪੇਅਰਸ ਬਣਾਉਣੇ ਹੁੰਦੇ ਆ, ਕਾਮਨ ਨੰਬਰਸ ਦੇ ਪੇਅਰ ਬਣਾਉਣੇ ਆ। ਆ ਇੱਕ ਪੇਅਰ ਬਣ ਗਿਆ 2, ਆ ਇੱਕ ਪੇਅਰ ਬਣ ਗਿਆ 2, ਫਿਰ ਜੋ ਪੇਅਰ ਬਣ ਕੇ ਆਇਆ ਉਹਨਾਂ ਨੂੰ ਮਲਟੀਪਲਾਈ ਕਰ ਦੇਣਾ, ਕਿੰਨਾ ਆਨਸਰ ਆ ਜਾਊਗਾ 4। ਮਤਲਬ ਕਿ ਸਕੁਅਰ ਰੂਟ ਆਫ 16 ਦਾ ਆਨਸਰ ਕਿੰਨਾ ਹੁੰਦਾ ਆਪਣੇ ਕੋਲ 4। ਕਲੀਅਰ? ਤਾਂ ਜਿਹੜਾ 16 ਨੰਬਰ ਹੈ ਉਹ ਇੱਕ ਪਰਫੈਕਟ ਸਕੁਅਰ ਹੈਗਾ। ਪਰਫੈਕਟ ਸਕੁਅਰ ਦਾ ਮਤਲਬ ਕਿ ਉਹਦਾ ਆਨਸਰ ਸਕੁਅਰ ਰੂਟ ਸੋਲਵ ਕਰਨ ਦੇ ਇੱਕ ਪ੍ਰੋਪਰ ਜਾਂ ਵਧੀਆ ਆਨਸਰ ਆ ਰਿਹਾ। ਜੇ ਮੈਂ ਕਹਾਂ √18, ਦੇਖੋ √ ਆਪਾਂ 18 ਚੈੱਕ ਕਰਨਾ ਕਿ ਪਰਫੈਕਟ ਸਕੁਅਰ ਹੈਗਾ ਕਿ ਨਹੀਂ। ਕਿਵੇਂ ਚੈੱਕ ਕਰਾਂਗੇ? 18 ਦਾ ਲਓ ਐਲਸੀਐਮ 2, 9, 3, 3, 1। ਠੀਕ ਹੈ, ਪੇਅਰ ਬਣਾਉਣੇ ਸ਼ੁਰੂ ਕਰੋ। 3 ਦਾ ਇੱਕ ਪੇਅਰ ਬਣ ਗਿਆ, 3 ਆ ਗਿਆ, ਬਟ 2 ਦਾ ਕੋਈ ਪੇਅਰ ਨਹੀਂ ਬਣਦਾ ਪਿਆ ਨਾ। ਜਦੋਂ ਕੋਈ ਚੀਜ਼ ਦਾ ਪੇਅਰ ਨਹੀਂ ਬਣਦਾ ਪਿਆ ਮਤਲਬ √18 ਜਾਂ 18 ਇੱਕ ਪਰਫੈਕਟ ਸਕੁਅਰ ਨੰਬਰ ਨਹੀਂ ਹੈਗਾ। ਜਿਹਦਾ ਤਾਂ ਪ੍ਰੋਪਰਲੀ ਇੱਦਾਂ ਕਾਮਨ ਕੋਈ ਅਕਸ਼ਰ ਆ ਜਾਣ, ਕਾਮਨ ਕੋਈ ਵੀ ਪੇਅਰਸ ਬਾਹਰ ਆ ਜਾਣ ਤਾਂ ਉਹ ਹੈਗਾ ਪਰਫੈਕਟ ਸਕੁਅਰ ਨੰਬਰ। ਜੇ ਉਹਦੇ ਪ੍ਰੋਪਰ ਕਾਮਨ ਨਾ ਬਾਹਰ ਆਉਣ ਤਾਂ ਉਹ ਪਰਫੈਕਟ ਸਕੁਅਰ ਨੰਬਰ ਨਹੀਂ ਹੈਗਾ। ਠੀਕ ਹੈ, ਸਮਝ ਆ ਗਈ? ਨੈਕਸਟ ਆ ਗਿਆ ਆਪਣੇ ਕੋਲ ਇਜ਼ 196 ਅ ਪਰਫੈਕਟ ਸਕੁਅਰ। ਆਪਾਂ 196 ਨੂੰ ਚੈੱਕ ਕਰਨਾ ਹੈ ਕਿ ਇਹ ਪਰਫੈਕਟ ਸਕੁਅਰ ਹੈਗਾ ਕਿ ਨਹੀਂ। ਤਾਂ ਸਿੰਪਲ ਹੈ, ਕਿਵੇਂ ਚੈੱਕ ਕਰਨਾ ਹੈ, ਬਸ ਆਪਾਂ 196 ਦਾ ਕੀ ਹੈ ਪ੍ਰਾਈਮ ਫੈਕਟਰਾਈਜੇਸ਼ਨ ਕੱਢਣੀ ਹੈ। ਪ੍ਰਾਈਮ ਫੈਕਟਰਾਈਜੇਸ਼ਨ ਕੱਢ ਲਓ, ਪ੍ਰਾਈਮ ਫੈਕਟਰਾਈਜੇਸ਼ਨ ਔਰ ਯੂ ਕੈਨ ਸੇ ਐਲਸੀਐਮ। ਤਾਂ 196 ਪਹਿਲਾਂ ਆਪਾਂ ਭੇਜ ਰਹੇ ਹਾਂ 2 ਦੇ ਟੇਬਲ ਤੇ 2 ਦੇ ਟੇਬਲ ਤੇ ਜਾਊਗਾ 98 ਤੇ। ਠੀਕ ਹੈ, ਫਿਰ ਇਹ ਜਾਊਗਾ 2 ਦੇ ਟੇਬਲ ਤੇ, 2 ਦੇ ਟੇਬਲ ਤੇ ਜਾਊਗਾ 49 ਤੇ। ਠੀਕ ਹੈ, ਫਿਰ 49 ਜਾਊਗਾ 7 ਤੇ, 7 7 49 ਤੇ 1। ਠੀਕ ਹੈ, ਹੁਣ ਇਹਨੂੰ ਇੱਦਾਂ ਲਿਖ ਲਓ 196 ਇਜ਼ ਇਕੁਅਲਸ ਟੂ 2 × 2 × 7 × 7। ਇਨ ਸ਼ਾਰਟ ਮੈਂ ਇਹ ਪ੍ਰਾਈਮ ਫੈਕਟਰਾਈਜੇਸ਼ਨ ਵੀ ਲਿਖ ਰਹੀ ਹਾਂ। ਐਲਸੀਐਮ ਕੱਢਣਾ ਮਤਲਬ ਉਹਦੀ ਪ੍ਰਾਈਮ ਫੈਕਟਰਾਈਜੇਸ਼ਨ ਲਿਖੀ। ਪ੍ਰਾਈਮ ਫੈਕਟਰਾਈਜੇਸ਼ਨ ਕੱਢਣ ਤੋਂ ਬਾਅਦ ਤੁਸੀਂ ਇਹਨਾਂ ਦੇ ਪੇਅਰ ਬਣਾਉਣੇ ਆ। 2 ਦਾ ਪੇਅਰ ਬਣ ਗਿਆ, 7 ਦਾ ਪੇਅਰ ਬਣ ਗਿਆ, ਆਨਸਰ ਕਿੰਨਾ ਆ ਗਿਆ ਆਪਣੇ ਕੋਲ 14। ਤਾਂ ਯੈਸ 196 ਇਜ਼ ਅ ਪਰਫੈਕਟ ਸਕੁਅਰ। 196 ਇੱਕ ਪਰਫੈਕਟ ਸਕੁਅਰ ਨੰਬਰ ਹੈਗਾ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਫਾਈਂਡ ਦ ਸਕੁਅਰ ਰੂਟ ਆਫ, ਇਹੀ ਕੁਐਸਚਨ ਹੈ ਨਾ, ਹਾਂ, ਫਾਈਂਡ ਦ ਸਕੁਅਰ ਰੂਟ ਆਫ 484। ਆਪਾਂ 484 ਦਾ ਸਕੁਅਰ ਰੂਟ ਕੱਢਣਾ ਹੈ ਬਾਈ ਵਿਚ ਮੈਥਡ? ਪ੍ਰਾਈਮ ਫੈਕਟਰ ਮੈਥਡ। ਤਾਂ ਪ੍ਰਾਈਮ ਫੈਕਟਰ ਮੈਥਡ ਕੀ ਹੈ? ਉਹੀ ਵਾਲਾ ਮੈਥਡ ਜਿਹੜਾ ਤੁਹਾਨੂੰ ਦੱਸਿਆ ਸੀਗਾ ਕਿ ਐਲਸੀਐਮ ਲੈ ਕੇ ਸੋਲਵ ਕਰਨਾ ਹੈ। ਆਪਾਂ ਕੀ ਕਰਨਾ ਹੈ, ਸਕੁਅਰ ਰੂਟ ਕੱਢਣਾ ਹੈ। ਸਕੁਅਰ ਰੂਟ ਜਦੋਂ ਆ ਜਾਏ ਨਾ ਮਤਲਬ ਇੱਦਾਂ ਰੂਟ ਪਾਉਣਾ ਹੈ, ਉਹਦੇ ਵਿੱਚ 484 ਨੂੰ ਰੱਖ ਦੇਣਾ, ਆਪਾਂ ਇਹਨੂੰ ਸੋਲਵ ਕਰਨਾ ਹੈ। ਠੀਕ ਹੈ, ਤਾਂ √ ਵਿੱਚ ਇਹਨੂੰ √ ਵੀ ਕਹਿੰਦੇ ਆ, ਇਹਨੂੰ √ ਵੀ ਕਹਿੰਦੇ ਆ, ਇਹਨੂੰ ਸਕੁਅਰ ਰੂਟ ਵੀ ਕਹਿੰਦੇ ਆ। ਠੀਕ ਹੈ, ਤਾਂ √ ਵਿੱਚ 484 ਰੱਖ ਦਿਓ, ਇਹਦਾ ਐਲਸੀਐਮ ਲੈਣਾ ਸ਼ੁਰੂ ਕਰੋ। 484 ਪਹਿਲਾਂ 2 ਦੇ ਟੇਬਲ ਤੇ ਜਾਊਗਾ,
फिर 2 ਦੇ ਟੇਬਲ ਤੇ ਜਾਊਗਾ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ 121 ਕਿਹੜੇ ਟੇਬਲ ਜਾਊਗਾ ਆਪਣੇ ਕੋਲ 11 ਦੇ ਟੇਬਲ ਤੇ, ਠੀਕ ਹੈ। ਇੱਥੇ ਨਹੀਂ ਕਿ ਇੱਥੇ ਹੀ ਛੱਡ ਦੋ, ਧਿਆਨ ਨਾਲ ਦੇਖਿਆ ਕਰੋ ਵੀ ਅੱਗੇ ਜਾਂਦਾ ਕਿ ਨਹੀਂ, ਜੇ ਇੱਥੇ ਹੀ ਛੱਡਦਾ ਆਨਸਰ ਗਲਤ ਆ ਜਾਣਾ, ਠੀਕ ਹੈ। 11 ਫਿਰ 11 ਤੇ 1, ਫਿਰ ਤੁਸੀਂ ਕੀ ਕਰੋ ਅੰਡਰ ਰੂਟ ਦੇ ਵਿੱਚ ਹੀ ਇਹਨੂੰ ਇੱਦਾਂ ਇਹਨੂੰ ਪ੍ਰਾਈਮ ਫੈਕਟਰਾਈਜੇਸ਼ਨ ਪ੍ਰੋਪਰਲੀ ਲਿਖ ਲਓ, 2 ਇੰਟੂ 2 ਇੰਟੂ 11 ਇੰਟੂ 11, ਠੀਕ ਹੈ। ਹੁਣ ਆ 2 ਦਾ ਪੇਅਰ ਬਣਦਾ ਪਿਆ ਨਾ, ਜਿਹਦਾ ਪੇਅਰ ਬਣ ਗਿਆ ਉਹ ਇੱਦਾਂ ਹੀ ਬਾਹਰ ਆ ਜਾਊਗਾ, ਉਹਦੇ ਉੱਪਰ ਕੋਈ ਅੰਡਰ ਰੂਟ ਨਹੀਂ ਆਊਗੀ। ਜਦੋਂ ਪੇਅਰ ਬਣ ਕੇ ਬਾਹਰ ਆ ਗਿਆ ਫਿਰ ਅੰਡਰ ਰੂਟ ਪਾਣੀ ਛੱਡ ਦਿਓ, ਫਿਰ ਬਸ ਸਿੰਪਲ ਆ ਗਿਆ ਬਾਹਰ। ਮਲਟੀਪਲਾਈ 11 ਦਾ ਵੀ ਪੇਅਰ ਬਣ ਗਿਆ, ਉਹਨੂੰ ਵੀ ਬਾਹਰ ਕੱਢ ਲਓ। ਹੁਣ ਅੰਡਰ ਰੂਟ ਭੁੱਲ ਜਾਓ, ਅੰਡਰ ਰੂਟ ਮੈਂ ਕਿਉਂ ਭੁੱਲ ਗਈ, ਕਿਉਂਕਿ ਪੇਅਰਸ ਬਣਾ ਕੇ ਮੈਂ ਬਾਹਰ ਕੱਢ ਲਏ, ਠੀਕ ਹੈ। ਤਾਂ 11 ਇੰਟੂ 2 ਕਿੰਨਾ ਹੁੰਦਾ 22 ਆ ਗਿਆ ਆਪਣੇ ਕੋਲ ਆਨਸਰ, ਮੀਨਸ 484 ਦਾ ਸਕੁਏਅਰ ਰੂਟ ਜਾਂ ਅੰਡਰ ਰੂਟ ਕਿੰਨਾ ਹੁੰਦਾ 22, ਇਹ ਆ ਗਿਆ ਆਪਣੇ ਕੋਲ ਆਨਸਰ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਫਾਈਂਡ ਦ ਸਮੋਲੈਸਟ ਨੰਬਰ ਬਾਈ ਵਿਚ 980 ਮਸਟ ਬੀ ਮਲਟੀਪਲਾਈਡ। ਕਿ ਆਪਾਂ ਕੀ ਕਰੀਏ, ਹਾਂ ਆਪਾਂ ਕੀ ਕਰੀਏ ਕਿ 980 ਨੂੰ ਕਿਹੜੇ ਨੰਬਰ ਨਾਲ ਮਲਟੀਪਲਾਈ ਕਰੀਏ ਤਾਂ ਜੋ ਕਿ ਉਹ ਪਰਫੈਕਟ ਸਕੁਏਅਰ ਬਣ ਜੇ। ਕਿਉਂਕਿ 980 ਜਦੋਂ ਤੁਸੀਂ ਚੈੱਕ ਕਰੋਗੇ, ਦੇਖੋ 980 ਚੈੱਕ ਕਰੋ, ਆਪਾਂ ਇੱਕ ਪਰਫੈਕਟ ਸਕੁਏਅਰ ਬਣਾਉਣਾ, ਇਹਨੂੰ 2 ਦੇ ਟੇਬਲ ਤੇ ਭੇਜ ਦਿਓ। 2 ਦੇ ਟੇਬਲ ਤੇ ਕਿੱਥੇ ਜਾਊਗਾ, ਦੇਖੋ 980 ਆਪਣੇ ਕੋਲ 980 ਜਾਊਗਾ ਆਪਣੇ ਕੋਲ 2 ਦੇ ਟੇਬਲ ਤੇ 490 ਤੇ, ਫਰਦਰ 490 2 ਦੇ ਟੇਬਲ ਤੇ ਜਾਊਗਾ 245 ਤੇ, 245 ਆਪਣੇ ਕੋਲ ਜਾਊਗਾ 5 ਦੇ ਟੇਬਲ ਤੇ, ਕਿੱਥੇ ਜਾਊਗਾ 245 5 ਦੇ ਟੇਬਲ ਤੇ ਜਾਊਗਾ 49 ਤੇ, 49 ਜਾਊਗਾ 7 ਦੇ ਟੇਬਲ ਤੇ, ਫਿਰ ਇਹ 7 7 ਤੋਂ 49 ਤੇ 1, ਠੀਕ ਹੈ। ਤਾਂ ਪ੍ਰਾਈਮ ਫੈਕਟਰਾਈਜੇਸ਼ਨ ਕੀ ਬਣੀ ਆਪਣੇ ਕੋਲ 2 ਇੰਟੂ 2 ਇੰਟੂ 5 ਇੰਟੂ 7 ਇੰਟੂ 7, 980 ਦੀ ਪ੍ਰਾਈਮ ਫੈਕਟਰਾਈਜੇਸ਼ਨ ਆਪਣੇ ਕੋਲ ਆ ਬਣੀ। ਕਹਿੰਦੇ ਮੈਂ 980 ਨੂੰ ਇੱਦਾਂ ਦੇ ਕਿਹੜੇ ਨੰਬਰ ਨਾਲ ਮਲਟੀਪਲਾਈ ਕਰਾਂ ਤਾਂ ਜੋ ਕਿ ਮੇਰੇ ਕੋਲ ਇੱਕ ਪ੍ਰੋਪਰ ਮਤਲਬ ਇੱਕ ਪਰਫੈਕਟ ਸਕੁਏਅਰ ਨੰਬਰ ਬਣ ਜੇ। ਦੇਖੋ ਨਾ ਆ 2 ਦਾ ਪੇਅਰ ਕਾਮਨ ਆ ਗਿਆ, ਇੱਥੇ ਆ ਗਿਆ, 7 ਦਾ ਪੇਅਰ ਕਾਮਨ ਆ ਗਿਆ, ਇੱਥੇ ਆ ਗਿਆ, ਬਟ 5 ਇੱਕ ਐਕਸਟਰਾ ਹੈ। ਤਾਂ 5 ਇੱਕ ਐਕਸਟਰਾ ਦਾ ਮੈਂ ਕੀ ਕਰਾਂ, ਜੇ ਮੈਂ ਇੱਥੇ 5 ਕੱਟ ਕੇ ਇੱਥੇ ਲਿਖ ਦਿੰਦੀ ਹਾਂ, ਜੇ ਮੈਂ ਇਹ 5 ਦੇ ਨਾਲ ਇੱਕ ਹੋਰ 5 ਮਲਟੀਪਲਾਈ ਕਰਦਾ ਤਾਂ ਉਹ ਵੀ ਇੱਕ ਪੇਅਰ ਬਣ ਕੇ ਬਾਹਰ ਆ ਜਾਊਗਾ ਨਾ, ਠੀਕ ਹੈ। ਮਤਲਬ ਕਿ 980 ਤਾਂ ਆਪਾਂ ਲਿਖਾਂਗੇ 980 must be multiplied by 5 to get perfect square। मतलब कि 980 ਨੂੰ ਆਪਾਂ ਜੇ 5 ਨਾਲ ਮਲਟੀਪਲਾਈ ਕਰਾਂਗੇ ਤਾਂ ਆਪਾਂ ਨੂੰ ਇੱਕ ਪਰਫੈਕਟ ਸਕੁਏਅਰ ਮਿਲ ਸਕਦਾ, ਠੀਕ ਹੈ। ਕਿਉਂਕਿ ਆਪਣਾ 5 ਕੱਲਾ ਬਚ ਗਿਆ ਸੀ ਨਾ, ਕੱਲੇ ਨੂੰ ਪੂਰਾ ਕਰਨ ਲਈ ਇੱਕ ਹੋਰ 5 ਨਾਲ ਮਲਟੀਪਲਾਈ ਕਰ ਦਿਓ ਤਾਂ ਇੱਕ ਪਰਫੈਕਟ ਸਕੁਏਅਰ ਬਾਹਰ ਆ ਜਾਊਗਾ। ਤਾਂ 980 ਨੂੰ 5 ਨਾਲ ਮਲਟੀਪਲਾਈ ਕਰ ਦਿਓ, ਠੀਕ ਹੈ। ਨੈਕਸਟ ਆ ਗਿਆ ਫਾਈਂਡ ਦ ਸਮੋਲੈਸਟ ਨੰਬਰ ਬਾਈ ਵਿਚ 3150 ਸ਼ੁੱਡ ਬੀ ਡਿਵਾਈਡਡ। ਪਿਛਲੇ 'ਚ ਆਪਾਂ ਮਲਟੀਪਲਾਈ ਕਰਨਾ ਸੀ, ਹੁਣ ਆਪਾਂ ਡਿਵਾਈਡ ਕਰਨਾ, ਸਾਰਾ ਕੁਝ ਸੇਮ ਹੀ ਹੈ। ਸੋ ਦੈਟ ਕੁਐਸਚਨ ਇਜ਼ ਅ ਪਰਫੈਕਟ ਸਕੁਏਅਰ। ਕੁਐਸਚਨ ਮਤਲਬ ਉਹੀ ਕਿ ਆਪਣਾ ਜਿਹੜਾ ਚੀਜ਼ ਦਾ ਪਰਫੈਕਟ ਸਕੁਏਅਰ ਬਣ ਜੇ, ਸਾਰਾ ਕੁਝ ਸੇਮ ਹੈ ਪ੍ਰੋਸੈਸ। ਇਹਦੇ ਵਿੱਚ ਵੀ ਕੀ ਕਰਨਾ ਹੈ 3150 ਦੀ ਪ੍ਰਾਈਮ ਫੈਕਟਰਾਈਜੇਸ਼ਨ ਲਿਖ ਲਓ, 3150 ਨੂੰ ਤੋੜ ਲਓ, ਪਹਿਲਾਂ ਤੁਸੀਂ 2 ਦੇ ਟੇਬਲ ਤੇ ਭੇਜੋ। ਜੋ 3150 2 ਦੇ ਟੇਬਲ ਤੇ ਜਾਊਗਾ ਤਾਂ ਆਨਸਰ ਆ ਜਾਊਗਾ ਆਪਣੇ ਕੋਲ 1575, ਠੀਕ ਹੈ। ਫਿਰ 1575 ਨੂੰ ਤੁਸੀਂ ਫਰਦਰ ਕਿਹੜੇ ਟੇਬਲ ਤੇ ਭੇਜੋਗੇ 5 ਦੇ ਟੇਬਲ ਤੇ, ਤਾਂ ਇਹ ਜਾਊਗਾ ਆਪਣੇ ਕੋਲ 315 ਤੇ, 315 ਅੱਗੇ 5 ਦੇ ਟੇਬਲ ਤੇ ਜਾਊਗਾ, ਇਹ ਜਾਊਗਾ 63 ਤੇ, ਫਿਰ ਅੱਗੇ 3 ਦੇ ਟੇਬਲ ਤੇ 21, 7 ਦੇ ਟੇਬਲ ਤੇ 3 3 1। ਤਾਂ ਪ੍ਰਾਈਮ ਫੈਕਟਰਾਈਜੇਸ਼ਨ ਲਿਖ ਲਓ 2 ਮਲਟੀਪਲਾਈ 5 ਮਲਟੀਪਲਾਈ 5 ਮਲਟੀਪਲਾਈ 3 ਮਲਟੀਪਲਾਈ ਆ 3 ਮੈਂ ਪਹਿਲਾਂ ਲਿਖ ਰਹੀ ਹਾਂ ਮਲਟੀਪਲਾਈ 7, ਠੀਕ ਹੈ। ਹੁਣ ਪੇਅਰ ਕੱਢੋ, 2 ਦਾ ਤਾਂ ਕੋਈ ਪੇਅਰ ਹੈ ਨਹੀਂਗਾ, 5 ਦਾ ਪੇਅਰ ਹੈਗਾ ਤੇ 3 ਦਾ ਪੇਅਰ ਹੈਗਾ, ਠੀਕ ਹੈ। ਮਤਲਬ ਕਿ ਆਪਣੇ ਕੋਲ ਹੁਣ ਐਕਸਟਰਾ ਨੰਬਰ ਕਿਹੜੇ ਹੈ, ਆਪਣੇ ਕੋਲ ਐਕਸਟਰਾ ਨੰਬਰ ਬਚ ਗਏ, ਇੱਕ 2 ਬਚ ਗਿਆ, ਇੱਕ 14 ਬਚ ਗਿਆ, ਸੌਰੀ 7 ਬਚ ਗਿਆ, ਠੀਕ ਹੈ। ਕਿਉਂਕਿ 5 ਤਾਂ ਬਾਹਰ ਆ ਗਿਆ, 3 ਵੀ ਬਾਹਰ ਆ ਗਿਆ ਪਰਫੈਕਟ ਸਕੁਏਅਰ 'ਚ। ਹੁਣ 14 ਆਪਣੇ ਕੋਲ 7 2 14 ਆਪਣੇ ਕੋਲ ਐਕਸਟਰਾ ਨੰਬਰ ਆ ਰਿਹਾ ਨਾ, ਤਾਂ ਮਤਲਬ ਕਿ 3150 ਨੂੰ 14 ਨਾਲ ਡਿਵਾਈਡ ਕਰ ਦਿਓ, ਜਿੰਨਾ ਐਕਸਟਰਾ ਨੰਬਰ ਆ ਰਿਹਾ ਉਹ ਨਾਲ ਡਿਵਾਈਡ ਕਰ ਦਿਓ ਤਾਂ ਫਿਰ ਉਹ ਇੱਕ ਪਰਫੈਕਟ ਸਕੁਏਅਰ ਬਣ ਜਾਊਗਾ, ਠੀਕ ਹੈ। ਕਿਉਂਕਿ ਜੇ ਮੈਂ 14 ਨਾਲ ਇਹਨੂੰ ਡਿਵਾਈਡ ਕਰ ਦੂੰਗੀ ਫਿਰ ਆਪਣੇ ਕੋਲ ਆਹ ਤੇ ਆ ਕੱਟੇ ਜਾਣਗੇ, ਠੀਕ ਹੈ। ਤਾਂ ਆਪਣੇ ਕੋਲ 3150 ਜਦੋਂ ਵੇਖੋ ਆਨਸਰ ਕਰੋਗੇ ਡਿਵਾਈਡ ਬਾਈ 14 ਕਰਕੇ
ਤਾਂ ਆਨਸਰ ਤੁਹਾਡੇ ਕੋਲ ਆ ਜਾਊਗਾ 225। ਤਾਂ 225 ਇੱਕ ਪਰਫੈਕਟ ਸਕੁਏਅਰ ਨੰਬਰ ਹੈਗਾ। ਤੁਸੀਂ ਲਿਖੋਗੇ 14 ਮਸਟ ਬੀ ਡਿਵਾਈਡਡ ਬਾਏ 3150 ਟੂ ਗੈਟ ਪਰਫੈਕਟ ਸਕੁਏਅਰ। ਜੇ ਤਾਂ ਮਲਟੀਪਲਾਈ ਵਾਲਾ ਆ ਜੇ ਤਾਂ ਉਹਦੇ ਨਾਲ ਮਲਟੀਪਲਾਈ ਕਰ ਦੇਣੀ ਹੈ, ਉਹਨੇ ਨੰਬਰ ਨਾਲ ਆਨਸਰ ਆ ਜਾਊਗਾ। ਜੇ ਡਿਵਾਈਡਡ ਕਹੇ ਤਾਂ ਜਿੰਨੇ ਨੰਬਰ ਐਕਸਟਰਾ ਉਹਨੇ ਨਾਲ ਡਿਵਾਈਡ ਕਰ ਦੇਣਾ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਫਾਈਂਡ ਦ ਸਕੁਏਅਰ ਰੂਟ ਆਫ। ਆਪਾਂ ਹੁਣ ਸਕੁਏਅਰ ਰੂਟ ਲੱਭਣਾ ਹੈ। ਪਹਿਲਾ ਕੁਐਸਚਨ ਹੈ ਸਕੁਏਅਰ ਰੂਟ ਆਫ 27/9। ਇਹਦਾ ਆਪਾਂ ਸਕੁਏਅਰ ਰੂਟ ਲੱਭਣਾ ਹੈ। ਪਹਿਲਾਂ ਮਿਕਸਡ ਫਰੈਕਸ਼ਨ ਤੁਸੀਂ ਸਿੰਪਲ ਫਰੈਕਸ਼ਨ 'ਚ ਕਨਵਰਟ ਕਰ ਲੈਣਾ। ਸਿੰਪਲ ਵਿੱਚ ਕਿੰਨਾ ਆ ਜਾਊਗਾ 25/9, ਠੀਕ ਹੈ। ਹੁਣ ਕੀ ਕਰਨਾ ਤੁਸੀਂ, ਐਕਚੁਅਲੀ ਨਾ ਫਰੈਕਸ਼ਨ ਦੇ ਬਾਹਰ ਜੋ ਸਕੁਏਅਰ ਰੂਟ ਪਈ ਹੋਵੇ ਉਹ ਫਰੈਕਸ਼ਨ ਦੋਨਾਂ ਟਰਮਸ ਕੋਲ ਚੱਲ ਜਾਂਦਾ ਸਕੁਏਅਰ ਰੂਟ, ਇੱਦਾਂ ਉਹ ਦੋਨਾਂ ਕੋਲ ਅਲੱਗ-ਅਲੱਗ ਚੱਲ ਜਾਂਦਾ, ਠੀਕ ਹੈ। ਹੁਣ 25 ਦਾ ਸਕੁਏਅਰ ਰੂਟ ਅਲੱਗ ਕਰ ਲਓ, 9 ਦਾ ਸਕੁਏਅਰ ਰੂਟ ਅਲੱਗ ਕਰ ਲਓ, ਬਾਈ ਪ੍ਰਾਈਮ ਫੈਕਟਰਾਈਜੇਸ਼ਨ ਕਰ ਲਓ, ਸੌਖੇ ਰਹੋਗੇ। 5 5 ਦੇ 25 1 ਤਾਂ ਕਿੰਨਾ ਆ ਗਿਆ ਆਪਣੇ ਕੋਲ ਪੇਅਰ ਬਣਾ ਕੇ 5, ਠੀਕ ਹੈ। 9 ਦਾ ਕਰ ਲਓ, 3 3 is 9 ਤਾਂ ਇੱਕ ਪਰਫੈਕਟ ਸਕੁਏਅਰ ਬਣ ਗਿਆ ਇਹਦਾ 3। ਤਾਂ ਆਨਸਰ ਕਿੰਨਾ ਆ ਗਿਆ ਇਹਦਾ 5/3, ਠੀਕ ਹੈ। ਸਿਮਿਲਰਲੀ ਆਪਣੇ ਕੋਲ ਆਪਾਂ ਕਰਨਾ ਹੈ ਸਕੁਏਅਰ ਰੂਟ ਆਫ 4.41। ਜਦੋਂ ਇਹਦਾ ਪੁਆਇੰਟ ਵਿੱਚ ਆ ਜੇ ਉਹਨੂੰ ਕੀ ਕਰੋ ਨਾ, ਫਰੈਕਸ਼ਨ ਸੋਲਵ ਕਰ ਲਓ। 441/100। ਫਿਰ ਮੈਂ ਕਿਹਾ ਸੀ ਜੋ ਫਰੈਕਸ਼ਨ ਹੋਵੇ ਬਾਹਰ ਅੰਡਰ ਰੂਟ ਪਿਆ ਹੋਵੇ ਤਾਂ ਅੰਡਰ ਰੂਟ ਅਲੱਗ-ਅਲੱਗ ਕੋਲ ਜਾ ਵੜਦਾ, ਅੰਡਰ ਰੂਟ ਅਲੱਗ-ਅਲੱਗ ਕੋਲ ਜਾ ਵੜਿਆ, ਠੀਕ ਹੈ। ਫਿਰ 441 ਹੈ ਹੁਣ ਆਪਣੇ ਕੋਲ। 441 ਦੇਖੋ ਇਹਨੂੰ ਆਪਾਂ ਕਿਹੜੇ ਟੇਬਲ 'ਤੇ ਭੇਜ ਸਕਦੇ ਹਾਂ। ਸਭ ਤੋਂ ਪਹਿਲਾਂ ਜਾਊਗਾ 3 ਦੇ ਟੇਬਲ 'ਤੇ। 441 ਨੂੰ ਜੇ ਤੁਸੀਂ ਡਿਵਾਈਡ ਕਰੋਗੇ 3 ਨਾਲ ਤਾਂ ਆਨਸਰ ਆ ਜਾਊਗਾ 147। 147 ਫਰਦਰ ਜਾਊਗਾ 3 ਦੇ ਟੇਬਲ 'ਤੇ, 49 'ਤੇ, ਇਹ ਜਾਊਗਾ 7 ਦੇ ਟੇਬਲ 'ਤੇ, ਫਿਰ ਅਗੇਨ 7 'ਤੇ। ਤਾਂ ਸਕੁਏਅਰ ਰੂਟ ਕੀ ਬਣ ਗਿਆ 3 7, ਦੈਟ ਇਜ਼ 7 3 are 21, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ 100 ਦਾ। 100 ਨੂੰ ਸੋਲਵ ਕਰ ਲਓ 2 'ਤੇ ਭੇਜ ਦਿਓ, ਫਿਰ 2 'ਤੇ, ਫਿਰ 5 'ਤੇ, ਅਗੇਨ 1, ਠੀਕ ਹੈ। ਆ 2 ਬਾਹਰ ਆ ਗਿਆ, ਆ 5 ਬਾਹਰ ਆ ਗਿਆ, 5 2s are 10। ਤਾਂ ਆਨਸਰ ਕਿੰਨਾ ਆ ਗਿਆ ਆਪਣੇ ਕੋਲ 2.1, ਮਤਲਬ 4.41 ਦਾ ਆਨਸਰ ਕਿੰਨਾ ਆ ਜਾਊਗਾ 2.1, ਠੀਕ ਹੈ। ਇੱਦਾਂ ਆਪਾਂ ਸਕੁਏਅਰ ਰੂਟ ਕੱਢਨੇ ਇਹਨਾਂ ਦੇ ਫਰੈਕਸ਼ਨ ਵਾਲੇ ਟਰਮਸ ਦੇ। ਨੈਕਸਟ ਆ ਗਿਆ ਆਪਣੇ ਕੋਲ A man plants his orchid with 5625 trees and arrange them so that there are as many as there are trees in each row। ਕਹਿੰਦੇ ਇੱਕ ਮੈਨ ਨੇ ਆਪਦੇ ਕੋਈ ਪਲਾਂਟ ਵਗੈਰਾ ਉਗਾਇਆ, ਆਰਕਿਡ ਦਾ ਪਲਾਂਟ ਉਗਾਇਆ, ਜਿਹਦੇ ਵਿੱਚ ਉਹਨੇ 5625 ਟਰੀਜ਼ ਨੂੰ ਇੱਦਾਂ ਅਰੇਂਜ ਕੀਤਾ ਤਾਂ ਜੋ ਕਿ ਵੀ ਉਹਨੇ ਇੰਨੀਆਂ ਰੋਜ਼ ਲਾਈਆਂ ਜਿਹਦੇ ਵਿੱਚ ਹਰੇਕ ਨੰਬਰ 'ਚ ਸੇਮ ਟਰੀਜ਼ ਹੋਣੇ ਚਾਹੀਦੇ ਆ, ਵੀ ਇੱਦਾਂ ਦੀਆਂ ਰੋਜ਼ ਬਣਾਈਆਂ ਜਿਹਦੇ ਸੇਮ ਨੰਬਰ ਆਫ ਟਰੀਜ਼ ਹੋਣ। ਤਾਂ ਕਿੰਨੀਆਂ ਰੋਜ਼ ਕਹਿੰਦੇ ਉਹਨੇ ਬਣਾਈਆਂ ਹੋਣਗੀਆਂ, ਠੀਕ ਹੈ। ਮਤਲਬ ਕਿ ਜਦੋਂ ਆਪਾਂ ਇਹਦਾ ਸੇਮ ਹਰੇਕ ਰੋਜ਼ ਸੇਮ ਨੰਬਰ ਕਰਨੇ ਹੋਣ ਨਾ, ਤਾਂ ਮਤਲਬ ਕਿ ਆਪਾਂ ਟੋਟਲ ਟਰਮ ਦਾ ਸਕੁਏਅਰ ਰੂਟ ਫਾਈਂਡ ਆਊਟ ਕਰਨਾ ਹੁੰਦਾ, ਠੀਕ ਹੈ। ਤਾਂ ਇਹਦਾ ਸਕੁਏਅਰ ਰੂਟ ਫਾਈਂਡ ਆਊਟ ਕਰ ਲਓ। 5625 ਨੂੰ ਪਹਿਲਾਂ ਕੀ ਕਰੋ 5 ਦੇ ਟੇਬਲ 'ਤੇ ਭੇਜ ਦਿਓ। 5625 ਨੂੰ ਡਿਵਾਈਡ ਕਰਨ ਲੱਗੇ 5 ਦੇ ਟੇਬਲ 'ਤੇ, ਹਾਂ, ਤਾਂ ਕਿੰਨਾ ਆ ਜਾਊਗਾ 1125। 1125 ਨੂੰ ਅਗੇਨ ਭੇਜ ਦਿਓ 5 ਦੇ ਟੇਬਲ 'ਤੇ, ਇਹ ਜਾਊਗਾ 225। 225 ਨੂੰ ਅਗੇਨ ਭੇਜ ਦਿਓ 5 ਦੇ ਟੇਬਲ 'ਤੇ, ਆਊਗਾ 45। ਫਿਰ 5 'ਤੇ 9 3 3 1, ਤਾਂ ਕਿੰਨਾ ਆ ਜਾਊਗਾ ਅੰਡਰ ਰੂਟ ਵਿੱਚ ਆ ਜਾਊਗਾ 5 ਮਲਟੀਪਲਾਈ 5 ਮਲਟੀਪਲਾਈ 5 ਮਲਟੀਪਲਾਈ 5 ਮਲਟੀਪਲਾਈ 3 ਮਲਟੀਪਲਾਈ 3, ਠੀਕ ਹੈ। ਇੱਕ ਪੇਅਰ ਬਾਹਰ ਆ ਗਿਆ। ਜਦੋਂ ਪੇਅਰ ਬਾਹਰ ਕੱਢਣੇ ਉਦੋਂ ਨਾ ਇੱਥੇ ਅੰਡਰ ਰੂਟ ਪਾ ਦਿਓ ਗਲਤੀ ਨਾਲ ਵੀ, ਅੰਡਰ ਰੂਟ ਬਸ ਫਿਰ ਖਤਮ। ਜਦੋਂ ਪੇਅਰ ਬਾਹਰ ਆ ਰਿਹਾ ਅੰਡਰ ਰੂਟ ਉੱਥੇ ਖਤਮ। ਫਿਰ 5 ਦਾ ਪੇਅਰ ਬਾਹਰ ਆ ਗਿਆ 5, 3 ਦਾ ਪੇਅਰ ਬਾਹਰ ਆ ਗਿਆ 3। ਤਾਂ ਆਨਸਰ ਕਿੰਨਾ ਆ ਜਾਊਗਾ ਆਪਣੇ ਕੋਲ 5 5 ਦਾ 25, 25 3s are 75। ਮਤਲਬ ਕੀ ਹੈ ਕਿ ਉਹਨੂੰ 75 ਰੋਜ਼ ਲਗਾਉਣੀਆਂ ਚਾਹੀਦੀਆਂ, 75 ਇੱਦਾਂ ਦੀਆਂ ਰੋਜ਼ ਲਾਉਣੀਆਂ ਚਾਹੀਦੀਆਂ ਜਿੱਥੇ ਸੇਮ ਨੰਬਰ ਆਫ ਪਲਾਂਟਸ ਕੀ ਆ ਉਹ ਗਰੋ ਕਰ ਸਕੇ, ਠੀਕ ਹੈ। ਨੈਕਸਟ ਆ ਮੈਂ ਆਪਣੇ ਕੋਲ ਇਨ ਅ ਬਾਸਕਟ ਦੇਅਰ ਆਰ 50 ਫਲਾਵਰਸ। ਇੱਕ ਬਾਸਕਟ ਹੈ, ਬਾਸਕਟ ਦੇ ਅੰਦਰ ਕੀ ਹੈ 50 ਫਲਾਵਰਸ ਹੈ, ਠੀਕ ਹੈ। A man goes to worship and put as many flower as in each temple। ਇਹਦਾ ਮਤਲਬ ਕੀ ਹੈ ਕਿ ਜਦੋਂ ਉਹ ਟੈਂਪਲ ਦੇ ਵਿੱਚ ਜਾਂਦਾ, ਮੰਨ ਲਓ ਇੱਕ ਟੈਂਪਲ 'ਚ ਗਿਆ ਉਹਨੇ 1 ਫਲਾਵਰ ਪਾਤਾ, ਉਹ ਸੈਕਿੰਡ ਟੈਂਪਲ 'ਚ ਗਿਆ ਉਹਨੇ 2 ਫਲਾਵਰ ਪਾਤੇ, ਥਰਡ 'ਚ ਗਿਆ ਉਹਨੇ 3 ਫਲਾਵਰ ਪਾਤੇ, ਮਤਲਬ ਜਿੰਨੇ ਵੀ ਟੈਂਪਲ 'ਚ ਜਾ ਰਿਹਾ ਉਹਨੇ ਫਲਾਵਰਸ ਪਾਈ ਜਾਂਦਾ। ਅਤੇ ਉਹਨੂੰ ਟੋਟਲ ਇਹ ਟੈਂਪਲ ਪੂਰੇ ਕਰਨ ਲਈ ਉਹਨੂੰ ਕੀ ਹੈ 8 ਬਾਸਕਟਸ ਲੱਗੀਆਂ। ਟੋਟਲ ਕਿੰਨੀਆਂ ਬਾਸਕਟ ਲੱਗੀਆਂ 8। ਇੱਕ ਵਿੱਚ ਕਿੰਨੇ ਫਲਾਵਰ ਸੀਗੇ 50, ਮਤਲਬ ਉਹਨੂੰ 8 ਬਾਸਕਟ ਟੋਟਲ ਲੱਗੀਆਂ, ਮਤਲਬ ਉਹਨੂੰ ਕਿੰਨੇ ਫਲਾਵਰਸ ਲੱਗੇ ਹੋਣਗੇ 50 × 8, ਠੀਕ ਹੈ।
ਆਪਾਂ ਫਾਈਂਡ ਆਊਟ ਕਰਨਾ ਕਿ ਨੰਬਰ ਆਫ ਟੈਂਪਲਸ ਕਿੰਨੇ ਆ ਸਿਟੀ ਦੇ ਵਿੱਚ। ਤਾਂ ਕਿਵੇਂ ਫਾਈਂਡ ਆਊਟ ਹੋਊਗਾ, ਧਿਆਨ ਨਾਲ ਦੇਖੋ। ਇਹਦੇ ਵਿੱਚ ਆਪਾਂ ਨੂੰ ਗਿਵਨ ਹੈ ਕਿ ਜਿਹੜੇ ਬਾਸਕਟ ਹੈ ਉਹਦੇ ਵਿੱਚ 50 ਫਲਾਵਰਸ ਹੈ, ਠੀਕ ਹੈ। ਫਲਾਵਰਸ ਇਨ ਅ ਬਾਸਕਟ ਦੇ ਵਿੱਚ ਕਿੰਨੇ ਫਲਾਵਰ ਹੈ 50, ਤੇ ਐਟ ਲਾਸਟ ਹੀ ਯੂਜ਼ਡ 8 ਬਾਸਕਟਸ। ਉਹਨੇ ਐਟ ਲਾਸਟ ਕਿੰਨੀਆਂ ਬਾਸਕਟ ਯੂਜ਼ ਕੀਤੀਆਂ 8 ਬਾਸਕਟ, ਮਤਲਬ ਉਹਨੇ ਟੋਟਲ ਫਲਾਵਰਸ ਕਿੰਨੇ ਯੂਜ਼ ਕੀਤੇ ਹੋਣਗੇ, ਉਹਨੇ ਟੋਟਲ ਫਲਾਵਰਸ ਕੀਤੇ 50 × 8, ਤਾਂ ਕਿੰਨਾ ਆ ਜਾਊਗਾ ਆਪਣੇ ਕੋਲ 400, ਠੀਕ ਹੈ। ਮਤਲਬ ਉਹਨੇ 400 ਫਲਾਵਰਸ ਟੋਟਲ ਯੂਜ਼ ਕੀਤੇ। ਬਟ ਆਪਾਂ ਚੈੱਕ ਕਰਨਾ ਕਿ ਸਿਟੀ ਦੇ ਵਿੱਚ ਟੋਟਲ ਟੈਂਪਲਸ ਕਿੰਨੇ ਆ। ਮੈਂ ਤੁਹਾਨੂੰ ਦੱਸਿਆ ਕਿ ਜਦੋਂ ਉਹ ਫਸਟ ਟੈਂਪਲ ਜਾਂਦਾ 1 ਫਲਾਵਰ ਪਾਉਂਦਾ ਹੈ, ਸੈਕਿੰਡ ਟੈਂਪਲ ਜਾਂਦਾ 2 ਫਲਾਵਰਸ ਪਾਉਂਦਾ ਹੈ, ਮਤਲਬ ਜੇ ਉਹ ਐਕਸ ਟੈਂਪਲਸ ਜਾ ਰਿਹਾ ਤਾਂ ਐਕਸ ਫਲਾਵਰਸ ਪਾ ਰਿਹਾ, ਠੀਕ ਹੈ। ਮਤਲਬ ਨੰਬਰ ਆਫ ਟੈਂਪਲਸ ਵੀ ਸੇਮ ਹੈ, ਨੰਬਰ ਆਫ ਫਲਾਵਰਸ ਵੀ ਸੇਮ ਹੈ। ਤਾਂ ਜਿੰਨੇ ਵੀ ਟੈਂਪਲਸ ਗਿਆ ਉਨੇ ਫਲਾਵਰ ਪਾਏ, ਮਤਲਬ x × x। ਜਿਵੇਂ ਮੰਨ ਲਓ 1 'ਚ 1, 2 'ਚ 2, 3 'ਚ 3, 4 'ਚ 4, ਟੋਟਲ ਫਾਈਂਡ ਆਊਟ ਕਰਨ ਲਈ x 'ਚ ਉਹਨੇ x ਪਾਈ, x × x। ਅਤੇ ਵੈਸੇ ਹੁਣ ਟੋਟਲ ਫਲਾਵਰਸ ਕਿੰਨੇ ਯੂਜ਼ ਕਰ ਲਏ 400 ਫਲਾਵਰਸ, ਠੀਕ ਹੈ। x × x, ਬੇਸ ਸੇਮ, ਪਾਵਰਾਂ ਪਲੱਸ, ਦੈਟ ਇਜ਼ 2 ਇਜ਼ ਇਕੁਅਲਸ ਟੂ 400। x ਸਕੇਅਰ ਇਜ਼ ਇਕੁਅਲ ਟੂ 400 ਆ ਗਿਆ ਨਾ। ਜਦੋਂ ਕਦੇ ਵੀ ਇੱਧਰ ਸਕੇਅਰ ਹੋਵੇ ਉੱਧਰ ਜਾ ਕੇ ਬਣ ਜਾਂਦਾ ਹੁੰਦਾ ਉਹਦਾ ਸਕੇਅਰ ਦਾ ਅੰਡਰ ਰੂਟ, ਇੱਦਾਂ ਕਰਕੇ, ਠੀਕ ਹੈ। ਹੁਣ ਆਪਾਂ ਬਸ ਕੀ ਹੈ √400 ਨੂੰ ਸੋਲਵ ਕਰਨਾ ਹੈ। ਇਹਨੂੰ ਸੋਲਵ ਕਰ ਲਓ, ਦੇਖੋ ਕਿੰਨਾ ਆਊਗਾ ਆਪਣੇ ਕੋਲ 50, 25, 5, 5, 1। ਤਾਂ x ਦੀ ਵੈਲਿਊ ਆ ਗਈ ਆਪਣੇ, ਜਿਵੇਂ ਪ੍ਰਾਈਮ ਫੈਕਟਰਾਈਜੇਸ਼ਨ ਨਾਲ ਸੋਲਵ ਕਰਾਂ 2 × 2 × 2 × 2 × 5 × 5। ਤਾਂ 2 2 ਬਾਹਰ ਆ ਗਿਆ, ਆਹ ਵਾਲਾ 2 2 ਵੀ ਬਾਹਰ ਆ ਗਿਆ, ਅਤੇ ਆਹ 5 5 ਬਾਹਰ ਆ ਗਿਆ। ਤਾਂ ਕਿੰਨਾ ਆ ਗਿਆ 5 2 10, 10 2 20। ਮਤਲਬ ਟੈਂਪਲ ਸਿਟੀ ਵਿੱਚ, ਟੋਟਲ ਸਿਟੀ ਵਿੱਚ ਕਿੰਨੇ ਟੈਂਪਲਸ ਹੋਣਗੇ 20 ਟੈਂਪਲਸ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਫਾਈਂਡ ਦ ਸਮੋਲੈਸਟ ਪਰਫੈਕਟ ਸਕੁਏਅਰ ਨੰਬਰ ਵਿਚ ਇਜ਼ ਡਿਵੀਜ਼ੀਬਲ ਬਾਏ 8 ਐਂਡ 12। ਆਪਾਂ ਕੀ ਕਰਨਾ ਹੈ, ਇੱਕ ਸਮੋਲੈਸਟ ਪਰਫੈਕਟ ਸਕੁਏਅਰ ਨੰਬਰ ਲੱਭਣਾ ਹੈ ਜਿਹੜਾ ਕਿ 8 ਅਤੇ 12 ਦੋਨਾਂ ਨਾਲ ਡਿਵੀਜ਼ੀਬਲ ਹੋਵੇ, ਠੀਕ ਹੈ। ਇਹ ਕਿਵੇਂ ਫਾਈਂਡ ਆਊਟ ਕਰਨਾ, ਧਿਆਨ ਨਾਲ ਦੇਖੋ। ਸਭ ਤੋਂ ਪਹਿਲਾਂ ਸਮੋਲੈਸਟ ਪਰਫੈਕਟ ਨੰਬਰ ਫਾਈਂਡ ਆਊਟ ਕਰਨ ਲਈ ਆਪਾਂ ਨੂੰ ਉਸ ਨੰਬਰ ਦਾ ਐਲਸੀਐਮ ਕੱਢਣਾ ਪੈਣਾ ਹੈ। ਫਸਟ ਆਫ ਆਲ ਐਲਸੀਐਮ ਆਫ 8 ਐਂਡ 12 ਕੱਢਣਾ ਪੈਣਾ। ਤਾਂ ਐਲਸੀਐਮ ਆਫ 8 ਐਂਡ 12 ਕੀ ਬਣੂਗਾ, ਦੇਖੋ ਐਲਸੀਐਮ ਕੱਢ ਲਓ ਇਹਦਾ। 8 12 2 ਦੇ ਟੇਬਲ 'ਤੇ ਜਾਣਗੇ, ਫਿਰ 2 ਦੇ ਟੇਬਲ 'ਤੇ ਜਾਣਗੇ, ਨੈਕਸਟ ਜਾਊਗਾ 3 ਦੇ ਟੇਬਲ 'ਤੇ। ਤਾਂ ਕਿੰਨੇ ਐਲਸੀਐਮ ਆ ਗਿਆ ਆਪਣੇ ਕੋਲ 2 × 2 × 2 × 3, 3 2 6, 6 2 12, 12 2 24। ਐਲਸੀਐਮ ਕੱਢ ਲਿਆ। ਹੁਣ ਐਲਸੀਐਮ ਕੱਢਣ ਤੋਂ ਬਾਅਦ ਜੋ ਐਲਸੀਐਮ ਆਇਆ ਉਹਦਾ ਫਰਦਰ ਅਗੇਨ ਐਲਸੀਐਮ ਕੱਢਣਾ ਹੈ। ਤਾਂ ਕਿੰਨਾ ਆ ਜਾਊਗਾ ਆਪਣੇ ਕੋਲ, ਦੇਖੋ ਕਿੰਨਾ ਆ ਗਿਆ ਆਪਣੇ ਕੋਲ ਐਲਸੀਐਮ ਆਫ 24 ਕਿੰਨਾ ਆਇਆ, ਦੈਟ ਇਜ਼ 2 × 2 × 3 × 2। ਹੁਣ ਇਹਦੇ ਪੇਅਰ ਬਣਾਉਣੇ ਸ਼ੁਰੂ ਕਰੋ। ਤਾਂ ਇਹਦੇ ਪੇਅਰ ਕਿੰਨੇ ਬਣ ਜਾਣਗੇ, ਇੱਕ ਤਾਂ 2 2 ਵਾਲਾ ਪੇਅਰ ਬਣ ਜਾਊਗਾ, ਇਹ ਤਾਂ ਠੀਕ ਹੈ, ਠੀਕ ਹੈ। ਹੁਣ ਆਪਾਂ ਕੀ ਆਪਣੇ ਕੋਲ ਐਕਸਟਰਾ ਕਿੰਨਾ ਨੰਬਰ ਆਇਆ, ਸਮੋਲੈਸਟ ਆਪਣੇ ਕੋਲ ਹੋਰ ਨੰਬਰ ਐਕਸਟਰਾ ਕਿੰਨਾ ਆਇਆ ਆਪਣੇ ਕੋਲ 6 ਨੰਬਰ ਐਕਸਟਰਾ ਆਇਆ, 3 2 6 ਨੰਬਰ। ਮਤਲਬ ਕਿ 24 ਨੂੰ ਆਪਾਂ ਨੂੰ 6 ਨਾਲ ਮਲਟੀਪਲਾਈ ਕਰਨਾ ਪੈਣਾ ਹੈ, ਤਾਂ ਜੋ ਕਿ ਜਿੰਨਾ ਵੀ ਆਨਸਰ ਆਇਆ ਉਹ ਆਪਣੇ ਕੋਲ ਆ ਜਾਊਗਾ ਸਮੋਲੈਸਟ ਨੰਬਰ, ਜਿਹੜਾ ਪਰਫੈਕਟ ਸਕੁਏਅਰ ਨੰਬਰ ਹੋਊਗਾ, ਕਿਉਂਕਿ 144 ਦਾ ਹੁੰਦਾ 12, ਠੀਕ ਹੈ। ਤਾਂ ਆਪਾਂ ਕੀ ਕਰਨਾ ਹੈ, ਸਮੋਲੈਸਟ ਪਰਫੈਕਟ ਸਕੁਏਅਰ ਨੰਬਰ ਫਾਈਂਡ ਆਊਟ ਕਰਨ ਲਈ ਪਹਿਲਾਂ ਤਾਂ ਉਹਨਾਂ ਦਾ ਐਲਸੀਐਮ ਕੱਢ ਲੈਣਾ। ਜਿਹੜਾ ਐਲਸੀਐਮ ਆਇਆ ਉਹਦਾ ਵੀ ਐਲਸੀਐਮ ਲੱਭ ਲੈਣਾ, ਜੋ ਨੰਬਰ ਬਚ ਗਏ ਪੇਅਰ ਤੋਂ ਇਲਾਵਾ, ਫਿਰ ਉਹਦੇ ਨਾਲ ਉਸ ਐਲਸੀਐਮ ਨੂੰ ਇਸ ਐਲਸੀਐਮ ਨੂੰ ਮਲਟੀਪਲਾਈ ਕਰ ਦੇਣਾ, ਤਾਂ ਉਹ ਨੰਬਰ ਆ ਜਾਊਗਾ ਆਪਣੇ ਕੋਲ ਸਮੋਲੈਸਟ ਪਰਫੈਕਟ ਸਕੁਏਅਰ ਨੰਬਰ, ਠੀਕ ਹੈ। ਨੈਕਸਟ ਅਗੇਨ ਸੇਮ ਕੁਐਸਚਨ ਹੈ, ਇਹਦੇ 'ਚ ਤੁਸੀਂ ਸੇਮ ਹੀ ਕਰਨਾ ਹੈ। ਇਹਨਾਂ ਦਾ ਐਲਸੀਐਮ ਫਾਈਂਡ ਆਊਟ ਕਰ ਲਿਓ ਇੱਦਾਂ ਕਰਕੇ, ਐਲਸੀਐਮ ਆ ਜਾਊਗਾ, ਅਤੇ ਐਲਸੀਐਮ ਜੋ ਸੋਲਵ ਕਰੋਗੇ ਤੁਹਾਡੇ ਕੋਲ ਐਲਸੀਐਮ ਆ ਜਾਊਗਾ 120। ਫਿਰ 120 ਦਾ ਫਿਰ ਐਲਸੀਐਮ ਕਰੋ, ਜਿਹੜੇ ਪੇਅਰ ਵਿੱਚ ਨਾ ਬਣੇ ਟਰਮਸ ਉਹਨਾਂ ਨੂੰ ਕੀ ਕਰਿਓ 120 ਨਾਲ ਫਿਰ ਮਲਟੀਪਲਾਈ ਕਰ ਦਿਓ, ਠੀਕ ਹੈ। ਇਹ ਸਮ ਹੁਣ ਤੁਸੀਂ ਖੁਦ ਕਰਨਾ। ਤਾਂ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ, ਦੇਖੋ ਨੈਕਸਟ ਕੁਐਸਚਨ ਵਿੱਚ ਆਪਾਂ ਕੀ ਕਰਨਾ ਹੈ, ਇਵੈਲੂਏਟ ਕਰਨਾ ਹੈ। ਇਵੈਲੂਏਟ ਮਤਲਬ ਉਹਨੂੰ ਆਪਾਂ ਸੋਲਵ ਕਰਨਾ। ਜਿਵੇਂ ਫਸਟ ਕੁਐਸਚਨ ਆਪਣੇ ਕੋਲ, ਜਸਟ ਵੇਟ, ਤਾਂ √14.4 ਓਵਰ 22.5, ਇਹਨਾਂ ਨੂੰ ਕੀ ਹੈ ਪਹਿਲਾਂ ਡੈਸੀਮਲ ਟੂ ਫਰੈਕਸ਼ਨ ਸੋਲਵ ਕਰ ਲੈਣਾ, ਅੰਡਰ ਰੂਟ ਵਿੱਚ ਹੀ ਸੋਲਵ ਕਰ ਲਓ। 14.4 ਡਿਵਾਈਡ ਬਾਈ
2 मिनट दोबारा लिखो इनू 14.4 ओवर 22.5 इनू मैं लिख सकती अंडर रूट विच 14.4 डिवाइड 22.5 हुण मैं इन्हां नूं की है डेसीमल टू फ्रैक्शन चेंज करन लगी है 144/10 डिवाइड 225/10 ठीक है। फिर आ जाऊगा 144/10 मल्टीप्लाई ये रेसिप्रोकल हो जाऊगा। मतलब सारा कुछ सिंपल ही सॉल्व करना है, बस ये अंडर रूट आई चलूगा। जो एंड से आप अंडर रूट सॉल्व करना है वो प्राइम फैक्टराइजेशन ला के आप सॉल्व कर लेना ठीक है। आ 10 नाल 10 हो गया कैंसल, आंसर कितना आ गया अपने को अंडर रूट 144 ओवर 225। तो अंडर रूट फ्रैक्शन टोटल कुल है ये अलग अलग कुल भी जा वड़ूगी 144 ओवर अंडर रूट 225। हुण तुसीं की करियो इहदा प्राइम फैक्टराइजेशन सॉल्व कर लियो। 144 जो तुसीं सारा प्राइम फैक्टराइजेशन सॉल्व करोगे तुहाडे कोल आंसर आ जाऊगा 12 ठीक है। जो 225 दी सॉल्व करोगे 225 नूं पहला की करो 5 दे टेबल ते भेज दिओ ठीक है। 5 दे टेबल ते 225 जाऊगा अपने कोल 45 ते 45 अगेन 5 ते 9 दैन 3 3 1 तो 5 बन गया एक बन गया अपने को 3 5 3 ज़र 15 तो आंसर कितना आ जाऊगा अपने को 12/15। सारे सम्स में इदा ही करना है कि चंगी तरह इन्होंने सॉल्व करना है। चंगी तरह सॉल्व करने के इदा की टर्म बन जूगी उपर अलग अंडर रूट कर देना नीचे अलग अंडर रूट कर देना ठीक है। नैक्सट ये भी इदा ही करना सेम सारे बस सॉल्व करना अंदर जिमें 3 की पावर 2 इनू पता की करो 3 की पावर 2 नूं की करियो 9 लिखण की बजाय इनू 3 मल्टीप्लाई 3 लिख लियो। 6 की पावर 3 है ना 6 की पावर 3 मैं लिख सकती हाँ 2 दी पावर 3 दी होल पावर 3 क्योंकि 2 2 4 4 नहीं 4 2 8 बनूगा नहीं तुसीं की करियो इनू 6 दी 6 इंटू 6 इंटू 6 लिखोगे ना ठीक है। अगे 24 इनू होर तोड़ लियो 3 इंटू 3 तो उवें रखियो 6 नूं लिख सकते हो 3 इंटू 2 आ 6 नूं लिख सकते 3 इंटू 2 फिर आ वाली 6 नूं 3 इंटू 2 अगे 24 नूं भी तोड़ लियो 24 किवें टुटूगा इदा करके एलसीएम लैके ठीक है। 24 नूं भी होर तोड़ लिया फिर की करो पेयर कड्डियो एक आ पेयर बाहर आ गया एक 3 ते 3 आ वाला बाहर आ गया एक 2 ते 2 आ वाला बाहर आ गया 3 ते 3 आह बाहर आ गया 2 ते एक आ वाला 2 सारा नूं मल्टीप्लाई कर दो ये आ जाऊगा अपने कोल आंसर। बस तुसीं की अंडर रूट दे विच वाली टर्म नूं प्रॉपरली सॉल्व करना है सॉल्व करके उन्होंने सिंपलेस्ट फॉर्म च कन्वर्ट कर लेना है उस तो बाद तुसीं उहदा अंडर रूट कर देना है ठीक है। लास्ट वाला पार्ट मैं तुहानूं समझा देनी है किवें करना है। 5th वाला पार्ट अंडर रूट 248 प्लस अंडर रूट 52 प्लस अंडर रूट 144 ये की करना होंदा जो 3 अंडर रूट एक सम च गिवन है सब तो पहला जो लास्ट दी अंडर रूट है निक्की जी इनू सॉल्व करना है। तुसीं जो इहदा एलसीएम लैके 144 का सॉल्व करोगे तुहाडे कोल आंसर आ जाऊगा 12 ठीक है। 248 उवें रखियो आ अंडर रूट 52 उवें रखियो आ 52 तो बाद सारे टर्म की अंडर रूट जा रही है आ वाली तो सारे ते ही रखियो ठीक है। तो 144 नूं सॉल्व करके आ जाऊगा 12 फिर इनू वड्डे इदां ही रखियो 248 प्लस इनू अंडर रूट आ वाला उवें रखो इन्होंने प्लस कर दो 4 ते 6 जो 64 का आह अंडर रूट सॉल्व करोगे तुहाडे कोल आंसर आ जाऊगा 8 क्योंकि 8 8 ज़र 64 होंदे आ 8 आ जाऊगा। फिर इहदा फिर सॉल्व कर दिओ 8 8 16 5 256 ठीक है। 256 तुसीं अंडर रूट बाद चों इदां करके सॉल्व कर देना ठीक है। सिंपल जे सम है तो आराम नाल कर लैनी है। नैक्सट आ गया अपने कोल इफ रूट 784 इज़ 28 तो आप आ वैल्यूज़ फाइंड आउट करनी है। फर्स्ट क्वेश्चन मैं तुहानूं फर्स्ट करा देनी है सैकेंड तुसीं आपे करोगे तो रूट 7.84 प्लस 78400 इनू मैं लिख सकती है 7 पॉइंट वाले फ्रैक्शन की फॉर्म च तो पॉइंट वाले इतने पॉइंट की जगह 1 पाता पिछे जिन्ने अक्षर उन्नी 0 आ ठीक है। प्लस इनू देखो हम किवें करना है 78400 इनू लिख सकते 784 मल्टीप्लाई 100 क्योंकि 784 जो मल्टीप्लाई 100 करोगे तो ही 00 पिछे आएगी ठीक है। तो इन्हों ने की है रूट अलग अलग कर दो हुण इहदा रूट अलग आ जाऊगा कितना आ जाऊगा 784 ओवर रूट 100 प्लस इन्हों का भी अलग अलग कर दो 784 मल्टीप्लाई रूट 100 ठीक है। 784 अपना ऑलरेडी गिवन है 28 इहदा 100 का सॉल्व कर लियो इत्थे तुहाडे कोल आ जाऊगा 10 किवें आऊगा देखो तो आराम नाल फटाफट देख लो
आ 5 कॉमन आ जाऊगा, आ 2 कॉमन आ जाऊगा, 5 2 ज़र 10, ठीक है। तो प्लस 784 का अपने को गिवन है 28, 100 का आप हुणे सॉल्व किया है 10, तो ये कितना आ जाऊगा 2.8 प्लस 280, तो इनू सॉल्व कर लो, जिन्ना भी आंसर आया वो आ जाऊगा अपने को आंसर। सिमिलर तुसी आ वाला करना है, ये तुसी की करियो अंडर रूट उवें रखियो, इनू कर लियो 784 ओवर पॉइंट की जगह ते 1, पिछे कितने जीरो 1 2 3 4 जीरोस अलग अलग लिख लियो, फिर ये भी उवें करियो 784 उवें रखियो, पॉइंट की जगह ते 1 1 2 3 4 5 6, तो 6 रख दियो नीचे जीरोस, ठीक है। इनू उपर अलग क्योंकि तो ऑलरेडी गिवन है 28, इनू एस एच लिख दियो, इन्हें कढ़ लियो, इनू एस एच लिखियो, इन्हें कढ़ लियो, ठीक है। फिर पॉइंटां नू फ्रैक्शनस नू पॉइंट्स लिख लियो, ठीक है। नैक्सट आ गया अपने को यूजिंग डिवीजन मैथड। हुण आपां की करना है, स्क्वेयर रूट फाइंड आउट करना है बाय यूजिंग द डिवीजन मैथड। डिवीजन मैथड प्लीज़ ध्यान नाल देखियो क्योंकि हुण ये मैथड तुहाडे लई पूरा न्यू है, पेपर विच भी मेनली वो डिवीजन मैथड नाल ही आपां नूं स्क्वेयर रूट फाइंड आउट करन नूं पुछदे हुंदे आ, ठीक है। तो फर्स्ट सम है कि आपां 27676 नूं डिवीजन मैथड नाल सॉल्व करना है, ठीक है। डिवीजन मैथड की करना है, तुसीं सब तो पहला इत्थे इदां वाली डिवाइड पानी है, आपां वैसे डिवाइड इदां पाने हुंदे आ, तुसीं इनू इदां नहीं करना, सिंपल रख देना, इदां पा देनी है, ठीक है। जो भी टर्म होगी उन्नू अंदर लिख देना, ठीक है। फिर की करना है, पिछों दी बिल्कुल बैक साइड दी पेयर बनाने शुरू कर देने हैं। आ पेयर बन गए, पेयर पेयर पेयर, जे आ पेयर ना बने तो कल्ला भी कोई नहीं बच सकता बाद चो, मान लो जे इत्थे 1 हुंदा तो 1 कल्ला बच जाना सी, कोई प्रॉब्लम नहीं सी, ठीक है। तो ये पेयर 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 बन गए। हुण की करना है, जिहड़ा फर्स्ट वाला पेयर है 27 नूं आपां की करना है, इत्थे ते इत्थे कोई सेम इदां दी टर्म रखनी है जिन्होंने मल्टीप्लाई करके या तो 27 बने या 27 तो घट बने। मैं 1 तो स्टार्ट कर लगी, 0 तो नहीं स्टार्ट करता होंदा, 1 तो स्टार्ट करता होंदा। मैं 1 तो स्टार्ट करन लगी है, जे मैं इत्थे 1 रखा, इत्थे 1 रखा, 1 1 ज़र 1, ये तो काफ़ी छोटा हो गया। फिर मैं जे 2 रखा, 2 2 ज़र 4, हाले 4 भी छोटा है, 3 3 ज़र 9, 4 4 ज़र 16, 5 5 ज़र 25, 6 6 का 36, 36 तो वध गया, तो मतलब मैनू इत्थे रखना पैना 5, जो इत्थे रखना है सेम टर्म ही उपर रखनी है, तो 5 5 का कितना आ गया 25। फिर तुसीं डिवाइड वांगू इदां ही डिवाइड पानी है, इन्हां नूं माइनस कर देना, माइनस करन ते अपने को कितना आ जाऊगा इत्थे 2, ठीक है। फिर तुसीं की करना है, जो 66 लिखा है इनू पूरी एज सच टर्म नूं नीचे उतार लेना है, ठीक है। उस तो बाद की करना है, जिहड़ा अपने कोल आ टर्म हुंदी है ना, ये वाली टर्म का आपां डबल करना हुंदा है। डबल किवें करना हुंदा, जिवें लास्ट वाली है 5 + 5 कितना हो जाऊगा 10, आ वाली टर्म का डबल 10 रख लेना इत्थे। हुण आपां की करना है, 10 दे पिछे ते उन्नू एक इदां दी सेम टर्म नाल मल्टीप्लाई करना है कि आंसर मेरा या तो 266 बन जे या उस तो घट बन जे, भी 10 दे पिछे भी ते इत्थे भी सेम टर्म रखनी है, भी मैं 10 दे पिछे ते इत्थे कोई सेम टर्म रखा, मेरा आंसर इन्ना कोई नेड़े तेड़े बन जे। जे मैं 1 0 1 1 रखा तो मेरा आंसर 1 0 1 आ जाऊगा। जे मैं 10 दे पिछे ते 2 2 रखा तो मल्टीप्लाई करो 2 0 4 बन जू। जे मैं 3 रखा 3 3 ज़र 9 तो 309 बन गया, तो वड्डा हो गया 266 तो 204 रखो। इत्थे कितना रखा 2, इत्थे कितना रखा 2, तो कितना आया मेरे को 204, ठीक है। फिर कि इन्हों सबट्रैक्ट कर दो, 6 चो 4 कड्डिए 2, 6 चो 0 कड्डिए 6, 2 चो 2 कड्डिए 0, 76 नूं एज सच की है नीचे लै जाओ, ठीक है। हुण की करना है, जिहड़ा आह 102 बनिया सीगा, जिहड़ा बिल्कुल लास्ट वाला अक्षर हुंदा है उन्होंने डबल करना हुंदा है। पहले 2 अक्षर तो रखने हुंदे आपां उवें ही, मतलब जिन्ने भी अक्षर होणगे सारे उवें ही, लास्ट वाले अक्षर नूं डबल, डबल इन द सेंस कि 2 + 2 तो कितना आ जाऊगा 4, इत्थे लिखता मैं 4। हुण 104 सेम उही करना है, भी इत्थे ते इत्थे कुछ इदां दी टर्म रखनी है कि मेरा आंसर 6276 बन जे, या तो यही बन जे या इहदे कोले बन जे। वैसे यही बनूगा क्योंकि मेरे खत्म हो गई सुबह टर्म, तो मैनूं लगदा कि यही बनूगा, यही बनना चाहिए, ठीक है। तो मैं की करा, 1 तो शुरू हो जाओ, जे मैं 1 0 4 1 1 ना करूँगी
ਤਾਂ ਮੇਰੇ ਕੋਲ 1041 ਹੀ ਆ, ਜਿੱਦਾਂ ਬਹੁਤ ਛੋਟਾ ਹੈ। ਫਿਰ 104 2 ਨਾਲ ਕਰ ਦਿੰਦੀ ਹਾਂ, 2 2 ਜ਼ਰ 4 4 2 ਜ਼ਰ 8 0 2 ਹਲੇ ਵੀ ਛੋਟਾ ਹੈ। ਫਿਰ 104 3 ਨਾਲ ਕਰ ਦਿੰਦੀ ਹਾਂ, 3 3 ਜ਼ਰ 9 4 3 ਜ਼ਰ 12 1 3 ਹਲੇ ਵੀ ਛੋਟਾ ਲੱਗ ਰਿਹਾ। ਮਤਲਬ ਮੈਨੂੰ ਐਕਚੁਅਲੀ ਕਿ ਇੱਥੇ ਕੁਛ ਇੱਦਾਂ ਦੇ ਟਰਮ ਰੱਖਾਂਗੇ ਪਿੱਛੇ 6 ਬਣ ਜੇ। 1 1 ਦਾ 1 ਬਣੂਗਾ, 2 2 ਦਾ 4 ਬਣੂਗਾ, 3 3 ਦਾ 9 ਬਣੂਗਾ, 4 4 का 16 ਬਣੂਗਾ। ਆ ਕਰਕੇ ਦੇਖ ਲੈਂਦੇ ਹਾਂ। 4 ਰੱਖੋ ਇੱਥੇ, 4 4 ਜ਼ਰ 16 4 4 ਦਾ 16 + 1 17 1 4 ਪਰ ਹਾਲੇ ਵੀ ਛੋਟਾ ਬਣ ਰਿਹਾ। ਮੈਨੂੰ ਤਾਂ ਇਹ ਤਾਂ 4 ਵਾਲਾ ਲਾਈਨ ਚਾਹੀਦਾ, ਮੈਨੂੰ 6 ਵਾਲਾ ਲਾਈਨ ਚਾਹੀਦਾ। ਜੇ ਮੈਂ ਇੱਥੇ 5 ਰੱਖੂੰਗੀ 5 5 का 25 ਫਿਰ ਵੀ ਨਹੀਂ ਬਣਨਾ। ਜੇ ਮੈਂ 6 ਰੱਖੂੰਗੀ ਇੱਥੇ 6 6 6 6 का 36 3 क्या कैरी 6 4 का 24 + 3 27 2 कैरी 2 6 1 6 हाँ ਇੱਥੇ ਆ ਗਿਆ 6 ਇੱਥੇ ਵੀ ਆ ਗਿਆ 6 ਤੇ ਆਪਣੇ ਕੋਲ ਆ ਗਿਆ ਸੇਮ ਆਨਸਰ ਦੈਟ ਇਜ਼ ਦਿਸ। ਮਤਲਬ ਕੀ ਆਇਆ ਕਿ ਸਕੁਏਅਰ ਰੂਟ ਆਫ 2766676 ਦਾ ਆਨਸਰ ਕਿੰਨਾ ਆਇਆ 526। ਅਗਰ ਤੁਸੀਂ ਇਹ ਸਮ ਨੂੰ ਚੈੱਕ ਕਰਨਾ ਹੈ ਤਾਂ ਇੱਦਾਂ ਪ੍ਰਾਈਮ ਫੈਕਟਰਾਈਜੇਸ਼ਨ ਲਾ ਕੇ ਵੀ ਫਟਾਫਟ ਚੈੱਕ ਕਰ ਸਕਦੇ ਹੋ, ਬਟ ਇਹ ਸਟੇਟਮੈਂਟਸ ਕਾਫੀ ਵੱਡੀਆਂ ਹੁੰਦੀਆਂ ਅਤੇ ਅਗਰ ਟਾਈਮ ਨਾ ਬਚਿਆ ਤਾਂ ਫਿਰ ਠੀਕ ਹੈ, ਅਗਰ ਟਾਈਮ ਹੋਇਆ ਤਾਂ ਪ੍ਰਾਈਮ ਫੈਕਟਰਾਈਜੇਸ਼ਨ ਲਾ ਕੇ ਵੀ ਤੁਸੀਂ ਕਰ ਸਕਦੇ ਹੋ। ਪਰ ਜੇ ਪੇਪਰ 'ਚ ਆ ਗਿਆ ਕਿ ਬਾਈ ਯੂਜ਼ਿੰਗ ਡਿਵੀਜ਼ਨ ਮੈਥਡ ਹੀ ਕਰਨਾ ਹੈ ਤਾਂ ਆਹੀ ਮੈਥਡ ਸ਼ੋਅ ਕਰਿਓ, ਪ੍ਰਾਈਮ ਫੈਕਟਰਾਈਜੇਸ਼ਨ ਵਾਲਾ ਲਿਖ ਕੇ ਢਾ ਦਿਓ ਉਹਨੂੰ ਬਾਅਦ 'ਚੋਂ, ਠੀਕ ਹੈ। ਤਾਂ ਮਾਈਟ ਵੀ ਮੈਥਡ ਸਮਝ ਲੱਗ ਗਿਆ ਹੋਊਗਾ। ਆਪਾਂ ਇੱਕ ਤੋਂ ਐਗਜ਼ਾਮਪਲਸ ਹੋਰ ਕਰਦੇ ਹਾਂ ਇਸ ਮੈਥਡ ਦੀਆਂ। ਨੈਕਸਟ ਆ ਗਿਆ ਆਪਣੇ ਕੋਲ ਯੂਜ਼ਿੰਗ ਦ ਡਿਵੀਜ਼ਨ ਮੈਥਡ। ਇੱਦਾਂ ਪੇਪਰ 'ਚ ਆਊਗਾ ਵੀ ਯੂਜ਼ਿੰਗ ਦ ਡਿਵੀਜ਼ਨ ਮੈਥਡ ਔਰ ਬਾਈ ਯੂਜ਼ਿੰਗ ਦ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਫਾਈਂਡ ਦ ਸਕੁਏਅਰ ਰੂਟ ਆਫ ਆਹ। ਆਪਾਂ ਸਕੁਏਅਰ ਰੂਟ ਲੱਭਣਾ 4 4 8 9 ਦਾ। ਕਿਵੇਂ ਕਰਾਂਗੇ ਡਿਵੀਜ਼ਨ ਮੈਥਡ 'ਚ ਡਿਵਾਈਡ ਪਾਓ 4 4 8 9 ਪਿੱਛੋਂ ਦੀ ਪੇਅਰ ਬਣਾਉਣਾ ਸ਼ੁਰੂ ਕਰੋ, ਜਾਂ ਨੀਚੇ ਦੀ ਇੱਦਾਂ ਪਾ ਸਕਦੇ ਹੋ ਜਾਂ ਉੱਪਰ ਦੀ ਵੀ ਇੱਦਾਂ ਪਾ ਸਕਦੇ ਹੋ। ਤੁਹਾਡੀ ਬੁੱਕ 'ਚ ਉੱਪਰ ਦੀ ਪਾਉਂਦੇ ਹੁੰਦੇ ਆ ਤਾਂ ਕੋਈ ਚੱਕਰ ਨਹੀਂ, ਕਨਫਿਊਜ਼ ਨਹੀਂ ਹੋਣਾ, ਠੀਕ ਹੈ। ਹੁਣ ਮੈਂ ਕੀ ਕਰਨਾ ਹੈ ਇੱਥੇ ਅਤੇ ਇੱਥੇ ਕੁਛ ਇੱਦਾਂ ਦੀਆਂ ਟਰਮਸ ਰੱਖਣੀਆਂ ਕਿ ਮੇਰੇ ਕੋਲ ਆਨਸਰ ਕੀ ਹੈ 44 ਬਣ ਜੇ ਜਾਂ ਉਸ ਤੋਂ ਛੋਟਾ ਬਣ ਜੇ, ਵੱਡਾ ਨਾ ਬਣੇ, ਠੀਕ ਹੈ। ਜੇ ਮੈਂ 1 1 ਰੱਖੂੰਗੀ ਤਾਂ 1 ਬਹੁਤ ਛੋਟਾ ਹੈ, 2 2 ਜ਼ਰ 4 ਛੋਟਾ ਹੈ, 3 3 ਜ਼ਰ 9 4 4 ਜ਼ਰ 16 5 5 ਜ਼ਰ 25 6 6 का 36 7 7 ਜ਼ਰ 49 49 ਦਾ ਵੱਡਾ ਹੋ ਗਿਆ ਤਾਂ ਉਦੋਂ ਛੋਟਾ ਕਿਹੜਾ ਹੋ ਗਿਆ 6 6 का 36, ਠੀਕ ਹੈ। ਹੁਣ ਕਰ ਦਿਓ ਇਹਨਾਂ ਨੂੰ ਮਾਈਨਸ। ਜਦੋਂ 14 ਚੋਂ 6 ਮਾਈਨਸ ਕਰਾਂਗੇ 8 89 ਪੇਅਰ ਐਜ਼ ਸੱਚ ਆ ਜਾਊਗਾ ਆਪਣੇ ਕੋਲ ਨੀਚੇ। ਫਿਰ ਕੀ ਕਰਨਾ ਹੈ ਇਸ 6 ਦਾ ਡਬਲ ਇਨ ਦਾ ਸੈਂਸ ਕਿ 6 + 6 ਦੈਟ ਇਜ਼ 12, ਠੀਕ ਹੈ। ਹੁਣ ਮੈਂ 12 ਦੇ ਪਿੱਛੇ ਅਤੇ ਨੀਚੇ ਕੁਛ ਇੱਦਾਂ ਦੀਆਂ ਟਰਮਸ ਰੱਖਣੀਆਂ ਕਿ ਮੇਰੇ ਕੋਲ ਜਾਂ ਤਾਂ ਆਨਸਰ 889 ਪੂਰਾ ਬਣ ਜੇ ਜਾਂ ਉਹਦੇ ਨੇੜੇ ਤੇੜੇ ਬਣ ਜੇ। ਵੈਸੇ ਪੂਰਾ ਹੀ ਬਣਨਾ ਚਾਹੀਦਾ ਕਿਉਂਕਿ ਐਂਡ 'ਤੇ ਮੇਰੇ ਡਿਜਿਟਸ ਖਤਮ ਹੋ ਗਈਆਂ ਤਾਂ ਪੂਰਾ ਬਣ ਸਕਦਾ ਇਹ, ਠੀਕ ਹੈ। ਤਾਂ ਮੈਂ ਕੀ ਕਰਾਂ, ਜੇ ਮੈਂ 1 1 ਰੱਖੂੰਗੀ ਤਾਂ 1 ਆਊਗਾ, 2 2 4 ਆਊਗਾ, 3 3 9 ਹਾਂ 3 ਰੱਖ ਕੇ ਦੇਖ ਸਕਦੀ ਹਾਂ। ਜੇ ਮੈਂ 123 3 ਨਾ ਕਰਾਂ 3 3 ਜ਼ਰ 9 3 2 6 ਨਹੀਂ, ਫਿਰ ਵੀ ਛੋਟਾ ਬਣਿਆ, ਹਾਲੇ ਨਹੀਂ। ਜੇ ਮੈਂ 4 4 ਰੱਖਾਂ 16 5 5 25 6 6 का 36 7 7 ਜ਼ਰ 49 ਤਾਂ ਕਿੰਨਾ ਆ ਜਾਊਗਾ 7 7 ਜ਼ਰ 49 4 ਕੈਰੀ 14 15 16 17 18 1 ਕੈਰੀ 8 ਹਾਂ ਤਾਂ ਕਿੰਨਾ ਆ ਗਿਆ 7 ਅਤੇ 7 889 ਹੋ ਗਏ 0। ਮਤਲਬ ਕਿ √4 4 8 9 ਦਾ ਆਨਸਰ ਕੀ ਆਪਣੇ ਕੋਲ 67, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ, ਆਪਾਂ ਫਿਰ ਸਕੁਏਅਰ ਰੂਟ ਫਾਈਂਡ ਆਊਟ ਕਰਨਾ ਹੈ 4 6 6 5 6 ਦਾ ਬਾਈ ਯੂਜ਼ਿੰਗ ਡਿਵੀਜ਼ਨ ਮੈਥਡ। ਤਾਂ ਡਿਵੀਜ਼ਨ ਮੈਥਡ ਯੂਜ਼ ਕਰ ਲਓ, ਇਹਦੇ 'ਚ ਪੇਅਰ ਬਣਾਉਣੇ ਸ਼ੁਰੂ ਕਰੋ, ਇੱਕ ਆ ਪੇਅਰ ਇੱਕ ਆ ਪੇਅਰ। ਹੁਣ ਇਕੱਲਾ ਬਚ ਗਿਆ, ਕੋਈ ਗੱਲ ਨਹੀਂ, ਜੇ ਇਕੱਲਾ ਬਚ ਗਿਆ ਤਾਂ ਨੋ ਪ੍ਰੋਬਲਮ। ਫਿਰ ਆਪਾਂ ਇੱਥੇ ਕੀ ਕਰਨਾ ਹੈ ਕੁਛ ਇੱਦਾਂ ਦੇ ਟਰਮਸ ਦੇਖੋ ਕਿ 4 ਬਣ ਜੇ ਤਾਂ 2 2 ਜ਼ਰ 4 ਬਣ ਗਿਆ ਲੋ, ਠੀਕ ਹੈ। ਹੁਣ ਕੀ ਕਰਨਾ ਹੈ ਇਹ 0 ਹੋ ਜਾਊਗਾ, 6 6 ਦਾ ਪੇਅਰ ਨੀਚੇ ਰੱਖੋ। ਹੁਣ ਕੀ ਕਰਨਾ 2 ਦਾ ਡਬਲ ਮੀਨਸ 2 + 2 4 4 ਦੇ ਪਿੱਛੇ ਅਤੇ ਇੱਥੇ ਮੈਂ ਕੁਛ ਇੱਦਾਂ ਦੀ ਟਰਮ ਰੱਖਣੀ ਹੈ ਕਿ ਮੇਰੇ ਕੋਲ ਕਿ ਇੱਥੇ ਅਤੇ ਇੱਥੇ ਇੱਦਾਂ ਦੀ ਟਰਮ ਮਲਟੀਪਲਾਈ ਕਰਨੀ ਹੈ ਕਿ ਮੇਰਾ ਆਨਸਰ 66 ਬਣ ਜੇ। ਤਾਂ ਕੀ ਰੱਖਾਂ, ਜੇ ਮੈਂ 1 1 ਰੱਖੂੰਗੀ ਤਾਂ 41 ਬਣੂਗਾ, ਜੇ ਮੈਂ 2 2 ਰੱਖੂੰਗੀ ਤਾਂ 84 ਬਣੂਗਾ। ਇਹ ਤਾਂ ਕਾਫੀ ਵੱਡਾ ਬਣ ਗਿਆ ਤਾਂ 41 ਹੀ ਠੀਕ ਹੈ, ਠੀਕ ਹੈ। ਇੱਥੇ 1 ਰੱਖੋ 41 ਬਣ ਗਿਆ। ਇਹਨਾਂ ਨੂੰ ਮਾਈਨਸ ਕਰ ਦਿਓ, ਮਾਈਨਸ ਕਰਨ 'ਤੇ ਕਿੰਨਾ ਆ ਜਾਊਗਾ 25। ਆ 5 6 ਦਾ ਪੇਅਰ ਨੀਚੇ ਉਤਾਰ ਲਓ। ਹੁਣ ਕੀ ਕਰੋ ਇੱਥੇ ਜੋ ਮੈਂ ਕਿਹਾ ਸੀ ਲਾਸਟ ਟਰਮ ਹੁੰਦੀ ਹੈ, ਫਸਟ ਟਰਮ ਨੂੰ ਤਾਂ ਰੱਖੋ ਉਵੇਂ, ਲਾਸਟ ਵਾਲੀ ਟਰਮ ਦਾ ਕਰੋ ਡਬਲ ਮਤਲਬ 1 + 1 ਕਿੰਨਾ ਆ ਜਾਊਗਾ 2,
ठीक है। ਹੁਣ 42 ਦੇ ਪਿੱਛੇ ਇੱਥੇ ਤੇ ਇੱਥੇ ਮੈਂ ਕੀ ਟਰਮ ਰੱਖਾਂ ਕਿ ਮੇਰੇ ਕੋਲ ਆਹ ਚੀਜ਼ ਬਣ ਜੇ। ਪਰਫੈਕਟ ਆਹੀ ਬਣੂਗੀ ਕਿਉਂਕਿ ਉਦੋਂ ਬਾਅਦ ਮੇਰੇ ਕੋਲ ਟਰਮ ਹੈ ਨਹੀਂ, ਐਂਡ 'ਤੇ ਉਹੀ ਚੀਜ਼ ਬਣਦੀ ਹੁੰਦੀ ਹੈ। ਬਟ ਹਾਂ ਕਈ ਵਾਰੀ ਆਨਸਰ ਪ੍ਰੋਪਰ ਨਹੀਂ ਵੀ ਆਉਂਦਾ ਤਾਂ ਕਈ ਵਾਰ ਰਿਮਾਈਂਡਰ ਵੀ ਆ ਸਕਦਾ ਹੈ, ਠੀਕ ਹੈ। ਤਾਂ ਇਹਦੇ ਪਿੱਛੇ ਮੈਂ ਜੇ 1 1 ਰੱਖੂੰਗੀ ਤਾਂ 1 ਆਊਗਾ, नहीं 2 2 ज़र 4 3 3 ज़र 9 4 4 का 16 4 4 का देख लेते हैं 9 नहीं बनूगा, छोटा बनया। 5 5 का 21 6 6 का 36 हाँ 6 बन सकता है। 6 6 का 36 1 6 हाँ बन गया। 6 6 रखो इत्थे, ठीक है, इत्थे रखो 6 इत्थे रखो 6 तो आंसर आ जाऊगा 2 5 5 6 आंसर आ गया, ठीक है। तो ये मैथड हुंदा अपने कोल डिवीजन मैथड। माइट भी थोड़ा बहुत थोड़ा आइडिया समझ आ गया होगा कि डिवीजन मैथड आपां किवें सॉल्व करना है, ठीक है। नैक्सट आ गया यूजिंग द डिवीजन मैथड फाइंड द स्क्वेयर रूट ऑफ दिस। हुण आपां की है स्क्वेयर रूट तो फाइंड आउट करना है डिवीजन मैथड नाल ही, बट इहदे विच आपां यूज़ करना है पॉइंट वाले टर्म्स। तो ध्यान नाल देखो आपां पॉइंट वाले टर्म्स किवें करने हुंदे हैं। फर्स्ट क्वेश्चन है जिवें मेरे कोल 605.16, ठीक है। पॉइंट पिया कोई चक्कर नहीं, पॉइंट पिया रहन दो, तुसीं आपदे पेयर्स बनाने शुरू करो। पेयर्स किवें बनणगे, पॉइंट तो इधरली साइड एक पेयर बन रहा, पॉइंट तो इधरली साइड एक पेयर बन गया, एक पेयर रह गया, कोई गल नहीं, ठीक है। सेम वही प्रोसैस करना है, कुछ डिफरेंस नहीं गा, प्रोसैस सारा सेम चलूगा। सेम की इत्थे मैं की रखा 1 1 1 छोटे 2 2 4 3 3 9 तो 2 2 4 आ जाऊगा, ठीक है। माइनस कितना आ जाऊगा 2 0 5 का पेयर आ जाऊगा नीचे, 2 का डबल आ जाऊगा अपने कोल 4 4 के पिछे मैं कुछ इदां की टर्म रखनी है कि मेरे को आंसर या तो 205 बन जाए या वो नेड़े तेड़े बन जाए। तो इत्थे मैं 4 रखूँगी, 4 4 16 176, ठीक है। तो 4 4 176 आ जाऊगा। बाद तुसीं की इन्हां नूं माइनस कर देना, माइनस करन ते आ जाऊगा अपने कोल 29। पॉइंट पिया उन्होंने कोई चक्कर नहीं, पिया रहन दो क्योंकि हुण अपनी आ सारी डिजिट्स खत्म हो गई ना इत्थे। हुण आपां 16 नूं नीचे लियाउणा है, मतलब 16 नूं नीचे लियाउणा है। जदों मैं पॉइंट तो इधरली गल शुरू करनी है उत्थे एक बारी पॉइंट पा दो, ठीक है। तो 4 तो वाला उवें, इहदा 4 का डबल 4 8 तो सेम उवें बस 4 8 नूं मैं किहदे नाल मल्टीप्लाई करा कि आंसर 2916 आ जाए। तो किहदे नाल मल्टीप्लाई करूँगी 6 नाल, ठीक है। 6 6 तो कितना आ जाऊगा 2916, एक कट हो जाएंगे, मतलब इहदा स्क्वायर रूट का आंसर कितना आ गया 24.6 मतलब 24.6, ठीक है। नैक्सट है जिवें अपने कोल इहदा भी आपां डिवीजन मैथड नाल सॉल्व करना है 0.000729। तो ये भी सिंपल है, उवें ही करना, ध्यान नाल देखो किवें करांगे। इहदे विच भी की है पॉइंट तो इधर ते पॉइंट तो इधर पेयर बनाने शुरू करो। सब तो पहला पिछों शुरू करी दे है, आ पेयर बन गया, आ पेयर बन गया, तो आ पेयर बन गया, एक कल्ला बच गया, ठीक है। कोई गल नहीं, जेडे हुण 0 0 0 आ गए ना, आपां 0 0 नूं छेड़ना। तुसीं इहनूं की करोगे, जेड़ा आ 0 है ये एज सच इत्थे आ जाऊगा, आ पॉइंट एज सच इत्थे आ जाऊगा, आ 0 0 का एक पेयर 0 0 एक पेयर इत्थे उपर आ जाऊगा, ठीक है। हुण अपनी गल आ गई 0 7 की, आपां हुण 0 7 तो शुरू करना है क्योंकि 0 0 सॉल्व करना कोई मतलब नहीं गा। 0 0 0 0 0 0 मतलब नहीं बन रहा, तो जिन्नी जीरो हैगी उन्होंने एज सच रखो। जे एक पॉइंट की इधरले पासे एक है तो एक ही रख दो, जो पॉइंट उधर पासे पेयर बन के है तो पेयर बना के एक रख दो इत्थे, ठीक है। तो हम 0 7 आ गया, 0 7 मैं की करा 2 के टेबल पर भेजदा, 2 2 ज़र 4 इन्हों करदा माइनस, माइनस करन ते कितना आ जाऊगा 3 29 आ जाऊगा नीचे। फिर मैं 2 का डबल करदा 4 4 के पिछे मैं एफ जी की टर्म रखा कि मेरे को आंसर आ जाए 329, तो की रखा मैं इत्थे 7 7 7 तो आंसर मेरे को आ गया 329, मतलब कि ਇਹਦਾ आंसर कितना आ जाऊगा 0.027, ठीक है। नैक्सट आ गया अपने को फाइंड द स्क्वेयर रूट ऑफ दिस करैक्ट टू 2 डेसीमल प्लेसिस। देखो जो अपन क्या हो ना कि करैक्ट टू 2 डेसीमल प्लेसिस, जिवें डेसीमल तो बाद अपने 2 प्लेसिस होनी चाहिए 1 2, ठीक है। तो 2 डेसीमल प्लेसिस विच की करना हुंदा है, आप पहले तो इहदे पेयर बनाने शुरू करो। जो मैं 224.729 के पेयर बनाऊँगी तो पॉइंट तो पहले इधरों शुरू कर लो, आ पेयर बन गया, आ पेयर बन गया, एग्जैक्ट जो पेयर नहीं बन रहे ना तो पहले पेयर बनाने की कोशिश करो। इतने ना आप आपदे लो 0 लगा सकते हैं, तो एक पेयर लाओ, एक हमेशा एक्सट्रा पेयर रखा करो, एक आह, ठीक है। हमेशा एक एक्सट्रा पेयर होना सम दे विच जरूरी हुंदा है।
ਤਾਂ ਇੱਧਰੋਂ ਮੈਂ ਸਟਾਰਟ ਕੀਤਾ 24 ਦਾ ਬਣ ਗਿਆ ਪੇਅਰ, ਆਹ ਪੇਅਰ ਬਣ ਗਿਆ, 9 ਦਾ ਪੇਅਰ ਬਣਦਾ ਨਹੀਂ ਪਿਆ ਸੀ, ਮੈਂ ਪਿੱਛੇ 0 ਪਾਤੀ, ਇੱਕ ਐਕਸਟਰਾ ਪੇਅਰ 0 ਦਾ ਪੇਅਰ ਰੱਖ ਲਿਆ। ਹੁਣ ਆਹ ਟਰਮ ਨੂੰ ਸੋਲਵ ਕਰਨਾ ਸ਼ੁਰੂ ਕਰੋ। 24.729000 ਇੱਕ ਆਹ ਪੇਅਰ, ਆਹ ਪੇਅਰ, ਆਹ ਤੇ ਆਹ। ਹੁਣ ਕੀ ਹੈ, ਇਹਦਾ ਐਗਜ਼ੈਕਟ 2 ਡੈਸੀਮਲ ਪਲੇਸਿਸ ਪ੍ਰੋਪਰ ਆ ਜਾਊਗਾ। ਠੀਕ ਹੈ, ਤਾਂ ਕਿਵੇਂ ਆਊਗਾ ਧਿਆਨ ਨਾਲ ਦੇਖੋ। 24 ਹੈ, 24 ਮੈਂ ਇੱਥੇ ਤੇ ਕੀ ਰੱਖਾਂਗੇ, 24 ਬਣ ਜੇ 1112243394 4416 5525 ਮਤਲਬ 4416 ਰੱਖਾਂ। ਠੀਕ ਹੈ, ਇਹਨਾਂ ਨੂੰ ਕਰਦਾ ਮਾਈਨਸ ਕਰਨ ਦੇ ਕਿੰਨਾ ਆ ਜਾਊਗਾ 8। ਹੁਣ ਪੁਆਇੰਟ ਤੋਂ ਇੱਧਰਲੀ ਗੱਲ ਖਤਮ ਹੋ ਗਈ ਨਾ, ਤਾਂ ਇੱਥੇ ਪੁਆਇੰਟ ਪਾ ਦਿਓ ਕਿ ਮੈਂ ਪੁਆਇੰਟ ਤੋਂ ਇੱਧਰਲੀ ਗੱਲ ਸ਼ੁਰੂ ਕਰਨ ਲੱਗੀ ਹਾਂ। ਤਾਂ ਆਹ 72 ਲੈ ਆਓ ਨੀਚੇ, 4 ਦਾ ਡਬਲ ਕਿੰਨਾ ਆ ਜਾਊਗਾ ਆਪਣੇ ਕੋਲ 8। ਹੁਣ ਮੈਂ 8 ਦੇ ਪਿੱਛੇ ਇਹੋ ਜਿਹੀ ਕੀ ਚੀਜ਼ ਰੱਖਾਂ ਕਿ ਮੇਰੇ ਕੋਲ 872 ਬਣ ਜੇ। ਤਾਂ ਇਹਦੇ ਪਿੱਛੇ ਤੁਸੀਂ ਦੇਖੋਗੇ ਮੈਕਸਿਮਮ ਤੁਸੀਂ 9 ਰੱਖੋਗੇ, 9 ਦੇ ਤੁਹਾਡਾ ਕਿੰਨਾ ਆ ਜਾਊਗਾ 801। ਇਹ ਸੋਲਵ ਕਰਕੇ ਤੁਸੀਂ ਦੇਖ ਲੈਣਾ ਹੁਣ ਆਪੇ। ਠੀਕ ਹੈ, ਮਾਈਨਸ ਕਰ ਦਿਓ, ਆ ਜਾਊਗਾ 71, ਆਹ ਵਾਲੀ 90 ਆ ਜਾਊਗਾ ਨੀਚੇ ਤੁਹਾਡਾ ਪੇਅਰ। ਠੀਕ ਹੈ, ਤਾਂ ਇਹ ਆਪਣੇ ਕੋਲ ਕਿੰਨਾ ਆ ਜਾਊਗਾ, ਫਿਰ ਇਹਨੂੰ ਲਿਖੋ 8 ਉਵੇਂ ਰੱਖੋ। 9 ਦਾ ਕਿੰਨਾ ਹੁੰਦਾ ਡਬਲ, ਦੇਖੋ ਇਹ 'ਚ ਇੱਕ ਹੁਣ ਹੋਰ ਚੀਜ਼, ਜਿਵੇਂ 89 ਸੀ ਆਪਣੇ ਕੋਲ, ਮੈਂ ਤੁਹਾਨੂੰ ਕਿਹਾ ਸੀ ਲਾਸਟ ਟਰਮ ਦਾ ਡਬਲ ਕਰ ਦਿਆ ਕਰੋ। ਲਾਸਟ ਟਰਮ ਦਾ ਡਬਲ ਕਿੰਨਾ ਹੋਊਗਾ 18 ਨਹੀਂ ਹੋਣਾ ਐਸ ਸੱਚ ਲਿਖਣਾ, 9 ਦਾ 18 ਦਾ ਜਿਹੜਾ 1 ਹੈ ਉਹ ਇਹਦੇ ਕੋਲ ਜਾ ਵੜੂਗਾ। ਹੁਣ ਇੱਥੇ 9 ਬਣ ਜੂਗਾ, 98 ਬਣ ਜੂ, 98 ਸਮਝ ਆਈ। ਜਿਵੇਂ 89 ਸੀ ਮੈਂ ਤੁਹਾਨੂੰ ਕਿਹਾ ਸੀ 8 ਉਵੇਂ ਰੱਖਿਆ ਕਰੋ, ਲਾਸਟ ਦਾ ਡਬਲ ਕਰ ਦਿਆ ਕਰੋ। ਡਬਲ ਮਤਲਬ 9 + 9। ਠੀਕ ਹੈ, ਤੁਸੀਂ 9 + 9 ਕਰੋਗੇ ਤਾਂ 18 ਆ ਜਾਊਗਾ, ਪਰ ਤੁਸੀਂ 18 ਨਹੀਂ ਰੱਖਣਾ ਇੱਥੇ। ਹੁਣ 18 ਦਾ 8 ਤਾਂ ਰੱਖੋ, 1 ਇਹਨੂੰ ਦੇ ਦਿਓ, 98 ਬਣਾ ਦਿਓ, ਤਾਂ 98 ਆ ਗਿਆ। ਠੀਕ ਹੈ, ਹੁਣ 98 ਦੇ ਪਿੱਛੇ ਮੈਂ ਜੀ ਕੀ ਟਰਮ ਰੱਖਣਾ ਕਿ ਮੇਰੇ ਕੋਲ ਆਨਸਰ ਇਹਦੇ ਨੀਅਰ ਬਾਏ ਆ ਜੇ, ਤਾਂ ਉਹ ਮੈਂ ਰੱਖੂੰਗੀ 7। ਠੀਕ ਹੈ, 7 ਤਾਂ ਮੇਰੇ ਕੋਲ ਇੱਥੇ ਕਿੰਨਾ ਆ ਜਾਊਗਾ 6909। ਠੀਕ ਹੈ, ਤਾਂ ਆਪਣੇ ਕੋਲ ਕਿੰਨਾ ਆ ਜਾਊਗਾ ਇੱਥੇ ਮਾਈਨਸ ਕਰਕੇ, ਇਹ ਆ ਜਾਊਗਾ ਆਪਣੇ ਕੋਲ 182। ਠੀਕ ਹੈ, ਅਤੇ ਆਹ 0 ਤੁਸੀਂ ਉਤਾਰ ਲਓ ਨੀਚੇ। ਕਲੀਅਰ। ਹੁਣ ਤੁਸੀਂ ਕੀ ਕਰੋ, ਫਿਰ ਮੈਂ ਕੀ ਕਰਨਾ, ਇਸ ਟਰਮ ਦਾ ਡਬਲ ਕਰਨਾ, 98 ਇੱਕ ਵਾਰੀ ਉਵੇਂ ਰੱਖਣਾ। 7 ਦਾ ਡਬਲ ਕਿੰਨਾ ਹੁੰਦਾ 14 ਦਾ 4 ਤਾਂ ਮੈਂ ਰੱਖ ਸਕਦੀ ਹਾਂ, 1 ਜਾਊਗਾ ਇਹਦੇ ਕੋਲ, 94 ਬਣ ਜਾਊਗਾ। ਠੀਕ ਹੈ, 994। ਤਾਂ 994 ਦੇ ਪਿੱਛੇ ਮੈਂ ਕੀ ਰੱਖਾਂ, 990 ਦੇ 4 ਪਿੱਛੇ ਰੱਖਾਂ ਮੈਂ 2 ਤਾਂ ਇਹਦੇ ਮੇਰੇ ਕੋਲ ਬਣ ਜਾਊਗਾ 19884। ਤਾਂ ਆਪਣੇ ਕੋਲ ਫਿਰ ਰਿਮਾਈਂਡਰ ਬਚ ਜਾਊਗਾ 8216। ਤਾਂ ਇਹ ਐਗਜ਼ੈਕਟ ਆਪਣੇ ਜਾਣਾ ਨਹੀਂ ਹੈ, ਤਾਂ ਤੁਸੀਂ ਕੀ ਹੈ ਇਹਨੂੰ ਐਗਜ਼ੈਕਟ ਨਹੀਂ ਜਾਂਦਾ ਤਾਂ ਕੋਈ ਗੱਲ ਨਹੀਂ, ਇੱਥੇ ਛੱਡ ਦਿਓ। ਜੇ 2 ਡੈਸੀਮਲ ਪਲੇਸਿਸ ਕਿਹਾ, ਠੀਕ ਹੈ, ਵੈਸੇ ਜੇ 2 ਡੈਸੀਮਲ ਪਲੇਸਿਸ ਕਿਹਾ ਹੋਵੇ ਨਾ, ਤੁਸੀਂ ਐਟਲੀਸਟ 3 ਰੱਖਿਆ ਆਇਆ ਕਰੋ। ਚਲ ਜੇ 2 ਕਿਹਾ ਤਾਂ 2 ਵੀ ਰੱਖ ਸਕਦੇ ਹੋ, 4.97 ਇੰਨਾ ਆਨਸਰ ਆ ਗਿਆ। ਜੇ ਤੁਹਾਨੂੰ 3 ਕਿਹਾ ਹੋਵੇ ਤਾਂ 3 ਕਿੰਨਾ ਆ ਜਾਊਗਾ 4.972। ਠੀਕ ਹੈ, ਜਿਹੜਾ ਜੇ 2 ਡੈਸੀਮਲ ਪਲੇਸਿਸ ਕਿਆ ਰੱਖਿਆ ਹੋ, ਜੇ 3 ਕਿਹਾ ਤਾਂ ਆ ਰੱਖਿਆ ਹੀ ਹੋ। ਸਮਝ ਲੱਗ ਗਈ ਨਾ ਹੁਣ ਕਿਵੇਂ ਕਰਨੇ ਵਾਲੇ ਸਮ। ਨੈਕਸਟ ਆ ਗਿਆ ਫਾਈਂਡ ਦ ਸਕੁਏਅਰ ਰੂਟ ਆਫ 3 ਕਰੈਕਟ ਟੂ 3 ਪਲੇਸਿਸ ਆਫ ਡੈਸੀਮਲ। ਹੁਣ ਆਪਾਂ 3 ਦਾ ਕੀ ਹੈ, √3 ਸੋਲਵ ਕਰਨਾ ਹੈ, ਕਰੈਕਟ ਟੂ 3 ਡੈਸੀਮਲ ਪਲੇਸਿਸ, 3 ਡੈਸੀਮਲ ਪਲੇਸਿਸ ਤੱਕ ਸੋਲਵ ਕਰਨਾ ਹੈ। ਮੈਂ ਸਿਰਫ ਹੁਣ ਇੰਝ ਹਿੰਟ ਦਊਂਗੀ, ਸੋਲਵ ਤੁਸੀਂ ਸੇਮ ਉਵੇਂ ਹੀ ਕਰਨਾ ਹੈ। ਠੀਕ ਹੈ, √3 ਤੁਸੀਂ 3 ਨੂੰ ਕੀ ਲਿਖ ਸਕਦੇ ਹੋ, ਦੇਖੋ 3 ਤੋਂ ਹੁਣ 3 ਦਾ ਤਾਂ ਪੇਅਰ ਮੈਂ 30 ਤੇ ਲਿਖ ਨਹੀਂ ਸਕਦੀ, ਮੈਂ ਕਹਿੰਦਾ 0 ਪਾ ਲਿਆ ਕਰੋ। 0 ਹਮੇਸ਼ਾ ਪੁਆਇੰਟ ਦੇ ਪਿੱਛੇ ਐਕਸਟਰਾ ਪੈਂਦੀ ਹੈ, ਪੁਆਇੰਟ ਤੋਂ ਇੱਧਰ ਨਹੀਂ ਐਕਸਟਰਾ ਪਾਊਗੀ, ਤਾਂ 3 ਤੇ ਰੱਖੋ ਉਵੇਂ। ਆਪਾਂ ਨੇ ਕਿੰਨੇ ਫਾਈਂਡ ਆਊਟ ਕਰਨੇ, ਆਪਾਂ 3 ਪਲੇਸਿਸ ਕਰਨੇ ਆ। ਪਿੱਛੇ ਆਪਾਂ 2 ਪਲੇਸਿਸ ਕਰਨੇ ਸੀ, ਮੈਂ 1 ਐਕਸਟਰਾ ਪਾਈ ਸੀ ਨਾ, ਮਤਲਬ 2 ਦੀ ਮੈਂ 1 ਐਕਸਟਰਾ ਪਾਤੀ ਸੀ। ਹੁਣ ਮੈਂ 3 ਦੇ 4 ਪਾਊਂਗੀ, ਪਿੱਛੇ ਮੈਂ 4 ਜ਼ੀਰੋਜ਼ ਐਕਸਟਰਾ ਰੱਖ ਲੂँਗੀ। 1 ਪੇਅਰ, 2 ਪੇਅਰ, ਠੀਕ ਹੈ, 3 ਪੇਅਰ, 4 ਪੇਅਰ। ਹੁਣ ਤੁਸੀਂ ਬਸ ਇਹਨੂੰ ਸੋਲਵ ਕਰਨਾ, ਇਹਨੂੰ ਸਾਰਿਆਂ ਨੂੰ ਬੈਠ ਕੇ ਹੁਣ ਤੁਸੀਂ ਸੋਲਵ ਕਰਨਾ ਆਹ ਵਾਲੀ ਚੀਜ਼ ਨੂੰ। ਕਿਵੇਂ ਕਰੋਗੇ, 1 1 ਜ਼ਰ 1 2 0 0 ਲੈ ਆਇਓ ਨੀਚੇ, ਇਹਦਾ ਡਬਲ ਕਰ ਦਿਓ। ਇਹ ਸਾਰਾ ਕੁਛ ਇੱਦਾਂ ਤੁਸੀਂ ਸੋਲਵ ਕਰੀ ਜਾਣਾ, ਸੋਲਵ ਕਰਨ ਦਾ ਤੁਹਾਡਾ ਆਨਸਰ ਆ ਜਾਊਗਾ। ਇਹ ਹੁਣ ਤੁਹਾਡਾ ਕੰਮ ਹੈ। ਠੀਕ ਹੈ, ਤਾਂ ਨੈਕਸਟ ਆ ਗਿਆ, ਨੈਕਸਟ ਵੀ ਸੇਮ ਸਮ ਹੀ ਹੈ 0.07688। ਇਹਦੇ ਵਿੱਚ ਵੀ ਪੇਅਰ ਹੁਣ ਇਹਦਾ ਪੇਅਰ ਨਹੀਂ ਬਣਦਾ ਪਿਆ ਨਾ, ਤਾਂ ਪਿੱਛੇ ਇੱਕ 0 ਲਾ ਦਿਓ, ਦੁਬਾਰਾ ਪੇਅਰ ਬਣਾਓ। ਪਿੱਛੇ 0 ਜਿੰਨੀ ਮਰਜ਼ੀ ਲਾਈ ਚਲੋ, ਕੋਈ ਪ੍ਰੋਬਲਮ ਨਹੀਂ, ਪਰ ਇੱਥੇ ਨਾ ਕਿਤੇ 0 ਲਾ ਦਿਓ। ਠੀਕ ਹੈ, ਜੇ ਮੰਨ ਲਓ 3 ਦਾ ਆਪਾਂ ਕੱਢਣਾ ਸੀ, 3 ਦੇ ਇੱਥੇ ਨਾ 30 ਬਣਾ ਕੇ ਕੁਛ ਕਰ ਦਿਓ, ਇੱਦਾਂ ਨਹੀਂ ਕਰਨਾ। ਪੁਆਇੰਟ ਦੇ ਪਿੱਛੇ 0 ਲਾ ਸਕਦੇ ਹੋ, ਕੋਈ ਚੱਕਰ ਨਹੀਂ ਗਾ। ਤਾਂ ਹੁਣ ਪੇਅਰ ਬਣਾਓ, ਹੁਣ ਪੇਅਰ ਵਧੀਆ ਬਣ ਗਏ ਨਾ। ਹੁਣ ਪੇਅਰ ਲਾ ਕੇ ਤੁਸੀਂ ਸਾਰਾ ਇਹਨੂੰ ਸੋਲਵ ਕਰਨਾ, ਮਤਲਬ ਜਦੋਂ ਕਰੈਕਟ ਅਪ ਟੂ ਡੈਸੀਮਲ ਪਲੇਸਿਸ ਕਿਆ ਹੋਵੇ ਨਾ, ਐਗਜ਼ੈਕਟ ਜੇ ਪੁਆਇੰਟਸ ਮਤਲਬ ਪਲੇਸਿਸ ਬਣਾ ਲਿਆ ਕਰੋ ਵੀ ਪੇਅਰਸ ਬਣ ਜਾਣ ਪ੍ਰੋਪਰ ਜੇ, ਫਿਰ ਸਮ ਸੋਲਵ ਹੋ ਜਾਊਗਾ ਵਧੀਆ। ਠੀਕ ਹੈ,
ਨੈਕਸਟ ਆ ਗਿਆ ਆਪਣੇ ਕੋਲ ਫਾਈਂਡ ਦ ਲੀਸਟ ਨੰਬਰ ਦੈਟ ਮਸਟ ਬੀ ਸਬਟਰੈਕਟਡ ਫਰੋਮ ਆਹਾ ਟੂ ਗੈਟ ਦ ਰਿਮਾਈਂਡਰ ਪਰਫੈਕਟ ਸਕੁਏਅਰ। ਵੀ ਮੈਂ 2 4 3 3 ਵਿੱਚੋਂ ਕੀ ਸਬਟਰੈਕਟ ਕਰਾਂ ਕਿ ਮੇਰਾ ਆਨਸਰ ਇੱਕ ਪਰਫੈਕਟ ਸਕੁਏਅਰ ਨੰਬਰ ਬਣ ਜੇ। ਤਾਂ ਕੀ ਕਰਾਂ, ਇਹਨੂੰ ਪਹਿਲਾਂ ਸੋਲਵ ਕਰਨਾ ਸ਼ੁਰੂ ਕਰਾਂ, ਫਿਰ ਹੀ ਕੁਛ ਪਤਾ ਲੱਗੂ ਮੈਂ ਕੀ ਮਾਈਨਸ ਕਰਾਂ। ਠੀਕ ਹੈ, ਇਹਨੂੰ ਡਿਵੀਜ਼ਨ ਮੈਥਡ ਨਾਲ ਸੋਲਵ ਕਰਨਾ ਸ਼ੁਰੂ ਕਰੋ। ਹੁਣ ਮੈਂ ਥੋੜ੍ਹਾ ਫਟਾਫਟ ਕਰੂੰਗੀ ਕਿਉਂਕਿ ਤੁਹਾਨੂੰ ਆਉਣ ਲੱਗ ਗਿਆ। ਠੀਕ ਹੈ, ਤਾਂ ਕਿੰਨਾ ਆਊਗਾ 4 4s are 16। ਜਦੋਂ ਮਾਈਨਸ ਕਰੋਗੇ ਮਾਈਨਸ ਕਰਨ 'ਤੇ ਆ ਜਾਊਗਾ 8। 33 ਵਾਲਾ ਪੇਅਰ ਨੀਚੇ, 4 ਦਾ ਡਬਲ 8। 8 ਦੇ ਪਿੱਛੇ ਕੀ ਪਾਈਏ, 8 ਦੇ ਪਿੱਛੇ ਪਾਈਏ 9। ਤਾਂ ਇਹ ਆਪਣੇ ਕੋਲ ਆ ਜਾਊਗਾ 801। ਤਾਂ ਆਪਣੇ ਕੋਲ ਰਿਮਾਈਂਡਰ ਕਿੰਨਾ ਆ ਗਿਆ 32। ਜਿੰਨਾ ਆਪਣੇ ਕੋਲ ਰਿਮਾਈਂਡਰ ਬਚ ਜੇ ਓਨੇ ਨੂੰ ਹੀ ਆਪਾਂ ਸਬਟਰੈਕਟ ਕਰਨਾ ਹੈ ਇਸ ਟਰਮ ਦੇ ਵਿੱਚੋਂ ਟੂ ਗੈਟ ਅ ਪਰਫੈਕਟ ਸਕੁਏਅਰ ਨੰਬਰ। ਠੀਕ ਹੈ, ਇਹ ਆ ਜਾਊਗਾ ਆਪਣੇ ਕੋਲ ਆਨਸਰ। ਵੀ ਜੋ ਵੀ ਆਨਸਰ ਆਪਣਾ ਰਿਮਾਈਂਡਰ ਆਇਆ ਦੈਟ ਨੰਬਰ ਸ਼ੁੱਡ ਬੀ ਸਬਟਰੈਕਟਡ ਫਰੋਮ ਦੈਟ ਨੰਬਰ। ਠੀਕ ਹੈ, ਨੈਕਸਟ ਆ ਗਿਆ ਫਾਈਂਡ ਦ ਲੀਸਟ ਨੰਬਰ ਦੈਟ ਮਸਟ ਬੀ ਐਡਡ ਟੂ ਦਿਸ। ਪਹਿਲਾਂ ਆਪਾਂ ਯੂਜ਼ ਕੀਤਾ ਸੀ ਸਬਟਰੈਕਟਡ ਵਾਲਾ, ਹੁਣ ਆਪਾਂ ਯੂਜ਼ ਕਰਨਾ ਹੈ ਐਡਡ ਵਾਲਾ। ਐਡਡ ਵਿੱਚ ਵੀ ਕਿਵੇਂ ਕਰਨਾ, ਬਸ ਤੁਸੀਂ ਪਹਿਲਾਂ ਦਾ ਸਕੁਏਅਰ ਰੂਟ ਫਾਈਂਡ ਆਊਟ ਕਰਨਾ ਸ਼ੁਰੂ ਕਰੋ ਬਾਈ ਡਿਵੀਜ਼ਨ ਮੈਥਡ। ਪੇਅਰ ਬਣਾਓ 1 1 1। ਠੀਕ ਹੈ, 82 ਲੈ ਆਓ ਨੀਚੇ, 1 ਦਾ ਡਬਲ ਕਰ ਦਿਓ 2। ਇੱਥੇ ਆ ਜਾਊਗਾ ਆਪਣੇ ਕੋਲ ਪਿੱਛੇ 3 3 69। ਇੱਥੇ ਆ ਜਾਊਗਾ ਮਾਈਨਸ ਕਰਕੇ 13 65 ਲੈ ਆਓ ਨੀਚੇ, 2 ਓਵੀ 3 ਦਾ ਡਬਲ 6। ਇਹਦੇ ਪਿੱਛੇ ਮੈਂ ਕੀ ਪਾਵਾਂ 5 5 ਕਿੰਨਾ ਆ ਜਾਊਗਾ 1 3 2 5। ਤਾਂ ਰਿਮਾਈਂਡਰ ਬਚ ਜਾਊਗਾ ਆਪਣੇ ਕੋਲ 40। ਹੁਣ ਇਹਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ ਇਹਦੇ ਵਿੱਚ ਆ ਪੂਰੇ ਟਰਮ ਵਿੱਚ ਕਿਹੜਾ ਨੰਬਰ ਐਡ ਕਰੀਏ ਤਾਂ ਜੋ ਕਿ ਆਪਣੇ ਕੋਲ ਇੱਕ ਪਰਫੈਕਟ ਸਕੁਏਅਰ ਬਣ ਜੇ। ਠੀਕ ਹੈ, ਤਾਂ ਇਹਦੇ ਵਿੱਚ ਕੀ ਕਰਨਾ ਹੁੰਦਾ, ਤੁਸੀਂ ਜਿਹੜਾ ਆ ਆਨਸਰ ਆਉਂਦਾ ਹੁੰਦਾ ਨਾ ਉਹ ਆਨਸਰ ਤੋਂ ਇੱਕ ਅੱਗੇ ਵਾਲਾ ਦੇਖਣਾ। 135 ਤੋਂ ਇੱਕ ਅੱਗੇ ਵਾਲਾ ਕੀ ਹੁੰਦਾ 136। 130 ਦੇ 6 ਦਾ ਤੁਸੀਂ ਕਰਨਾ ਹੈ ਸਕੁਏਅਰ। ਠੀਕ ਹੈ, 136 ਦਾ ਸਕੁਏਅਰ ਕਰਨਾ ਹੈ। ਵੀ ਤੁਸੀਂ ਕਹੋਗੇ ਕਿ ਔਨ ਐਡਿੰਗ ਅ ਰਿਕੁਆਇਰਡ ਨੰਬਰ ਟੂ ਦਿਸ ਵੀ ਸ਼ੈਲ ਗੈਟ ਦਿਸ। ਵੀ ਆਪਾਂ ਨੂੰ ਜਿਹੜਾ ਵੀ ਆਨਸਰ ਆਊਗਾ ਉਹ ਆਨਸਰ ਦਾ ਆਪਾਂ ਇੱਕ ਪਲੱਸ ਕਰਕੇ ਸਕੁਏਅਰ ਕਰ ਦੇਣਾ, ਦੈਟ ਇਜ਼ 18496 ਆ ਜਾਊਗਾ ਆਪਣੇ ਕੋਲ ਆਨਸਰ। ਅਤੇ ਜਿੰਨਾ ਇੱਕ ਸਕੁਏਅਰ ਕਰਕੇ ਆਨਸਰ ਆਊਗਾ ਉਸ ਨੰਬਰ ਨੂੰ ਆਪਾਂ ਓਰੀਜਨਲ ਨੰਬਰ 'ਚੋਂ ਸਬਟਰੈਕਟ ਕਰ ਦੇਣਾ। ਠੀਕ ਹੈ, ਜਿੰਨਾ ਆਨਸਰ ਆਇਆ ਉਹ ਆਨਸਰ ਤੋਂ ਇੱਕ ਐਡੀਸ਼ਨ ਕਰਕੇ ਉਹਦਾ ਸਕੁਏਅਰ ਕਰ ਦੇਣਾ। ਜਿੰਨਾ ਆਨਸਰ ਆਇਆ ਉਹਨੂੰ ਐਡੀਸ਼ਨ ਓਰੀਜਨਲ ਨੰਬਰ 'ਚੋਂ ਮਾਈਨਸ ਕਰਕੇ ਜੋ ਵੀ ਆਨਸਰ ਆਇਆ 231 ਆਨਸਰ ਆਊਗਾ ਤਾਂ 231 ਮਸਟ ਬੀ ਐਡਡ ਟੂ ਦਿਸ ਟੂ ਗੈਟ ਅ ਪਰਫੈਕਟ ਸਕੁਏਅਰ ਨੰਬਰ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਕੁਛ ਕੁ ਪ੍ਰੋਪਰਟੀਜ਼। ਪ੍ਰੋਪਰਟੀਜ਼ ਬਹੁਤ ਈਜ਼ੀ ਪ੍ਰੋਪਰਟੀਜ਼ ਹੈ। ਜਿਵੇਂ ਫਸਟ ਪ੍ਰੋਪਰਟੀ ਆਪਣੇ ਕੋਲ ਕਿ ਜਿਹੜੀਆਂ ਵੀ ਐਂਡਿੰਗ ਡਿਜਿਟਸ 0 1 4 5 6 ਜਾਂ 9 ਹੋਣਗੀਆਂ, ਜਿਵੇਂ ਐਂਡਿੰਗ ਡਿਜਿਟਸ ਫੋਰ ਐਗਜ਼ਾਮਪਲ 37। ਠੀਕ ਹੈ, ਜਾਂ ਤੁਸੀਂ ਕੀ 37 ਨਹੀਂ, ਜਿਵੇਂ ਜਿਹੜੀਆਂ ਵੀ ਐਂਡਿੰਗ ਡਿਜਿਟਸ ਸਕੁਏਅਰ ਨੰਬਰ ਦੀਆਂ ਹੋਣਗੀਆਂ ਜਿਵੇਂ 1 3 6 9 ਐਂਡਿੰਗ ਡਿਜਿਟ, ਇਹਨਾਂ ਦੀ ਜਿਹੜੀ ਹੋਣਗੇ ਸਕੁਏਅਰਸ, ਇਹਨਾਂ ਜਿਹੜੇ ਸਕੁਏਅਰ ਹੋਣਗੇ ਜਾਂ ਤਾਂ ਬਣੇ ਹੋਣਗੇ 3 ਦਾ ਸਕੁਏਅਰ ਤੋਂ, ਕਿਉਂਕਿ 3 ਦਾ ਸਕੁਏਅਰ 9, ਜਾਂ ਬਣੇ ਹੋਣਗੇ 7 ਦਾ ਸਕੁਏਅਰ ਤੋਂ, 7 ਦਾ ਸਕੁਏਅਰ 9। ਠੀਕ ਹੈ, ਜੇ ਤਾਂ 9 ਵਾਲਾ ਐਂਡ ਹੋਵੇ ਤਾਂ ਉਹ 3 ਜਾਂ 7 ਤੋਂ ਬਣੇ ਹੁੰਦੇ ਆ। ਜੇ ਪਿੱਛੇ 1 ਹੈ, ਜੇ ਪਿੱਛੇ 1 ਹੈ ਮਤਲਬ ਉਹਦੇ ਪਿੱਛੇ 1 ਹੋਊਗਾ, 1 ਦਾ ਸਕੁਏਅਰ ਹੋਊਗਾ ਤਾਂ ਪਿੱਛੇ 1 ਆ ਜਾਊਗਾ। ਜੇ 4 ਦਾ ਸਕੁਏਅਰ ਹੈ ਪਿੱਛੇ 6 ਹੈ। ਜੇ ਤਾਂ ਬਹੁਤ ਸਿੰਪਲ ਪ੍ਰੋਪਰਟੀਜ਼ ਹੈ, ਆਪਾਂ ਨੂੰ ਪਤਾ ਹੀ ਹੈ ਕਿ ਜੇ 8 ਦਾ ਸਕੁਏਅਰ ਹੈ ਤਾਂ ਪਿੱਛੇ 4 ਆਊਗਾ। ਠੀਕ ਹੈ, ਨੈਕਸਟ ਹੈ ਕਿ ਜਿਹੜੇ ਨੰਬਰਸ ਕੋਲ 2 3 7 ਔਰ 8 ਹੁੰਦੇ ਯੂਨਿਟ ਪਲੇਸਿਸ ਵਿੱਚ ਉਹ ਕਦੇ ਵੀ ਪਰਫੈਕਟ ਸਕੁਏਅਰ ਨਹੀਂ ਹੁੰਦੇਗੇ। ਕਿਉਂ? ਕਿਉਂਕਿ ਆਪਾਂ ਕਿਸੇ ਵੀ ਨੰਬਰ ਦਾ ਸਕੁਏਅਰ ਕਰ ਲਈਏ ਤਾਂ ਉਹਨਾਂ ਦੇ ਪਿੱਛੇ 2 3 7 8 ਨਹੀਂ ਬਣਦਾ। ਠੀਕ ਹੈ, ਕਿਸੇ ਵੀ ਨੰਬਰ ਦਾ ਸਕੁਏਅਰ ਕਰਕੇ ਤੁਸੀਂ ਵੇਖ ਲਓ, ਜੇ 1 ਦਾ ਸਕੁਏਅਰ ਕਰੋਗੇ ਪਿੱਛੇ 1 ਬਣੂਗਾ, 2 ਦਾ ਸਕੁਏਅਰ 4, 3 ਦਾ ਸਕੁਏਅਰ 9, 4 ਦਾ ਸਕੁਏਅਰ 16 ਪਿੱਛੇ 6, ਕਦੇ ਵੀ ਨੰਬਰ ਪਿੱਛੇ ਆ ਨਹੀਂ ਆਊਗਾ। ਜੇ ਤੁਹਾਡੇ ਕੋਈ ਵੀ ਨੰਬਰ ਪਿੱਛੇ 7 8 3 2 ਬਣ ਜੇ ਨਾ ਆ ਜੇ, ਮਤਲਬ ਉਹ ਨੰਬਰ ਪਤਾ ਹੀ ਹੈ ਪਰਫੈਕਟ ਸਕੁਏਅਰ ਨਹੀਂ ਹੋਊਗਾ ਹਮੇਸ਼ਾ। ਠੀਕ ਹੈ, ਥਰਡ ਪ੍ਰੋਪਰਟੀ ਕੀ ਹੈ ਕਿ ਜੇ ਮੇਰੇ ਨੰਬਰ ਦੇ ਪਿੱਛੇ ਜਾਂ ਤਾਂ 1 ਬਣਦਾ ਪਿਆ, ਠੀਕ ਹੈ, ਜੇ ਮੇਰੇ ਨੰਬਰ ਪਿੱਛੇ 1 ਬਣਦਾ ਪਿਆ ਮਤਲਬ ਉਹ ਪੱਕਾ ਹੀ ਕੀ ਹੈ, ਜੇ ਤਾਂ ਮੈਂ 1 ਦਾ ਸਕੁਏਅਰ ਕਰੂੰਗੀ ਤਾਂ ਵੀ ਪਿੱਛੇ 1 ਆਊਗਾ, ਜੇ ਮੈਂ 9 ਦਾ ਸਕੁਏਅਰ ਕਰੂੰਗੀ ਤਾਂ ਵੀ ਪਿੱਛੇ 1 ਆਊਗਾ, ਜੇ ਮੈਂ 29 ਦਾ ਸਕੁਏਅਰ ਕਰੂੰਗੀ ਤਾਂ ਮੈਨੂੰ ਇੰਨਾ ਕੁ ਤਾਂ ਆਈਡੀਆ ਕਲੀਅਰ ਹੋਊਗਾ ਕਿ 9 ਦਾ ਪਿੱਛੇ ਸਕੁਏਅਰ ਕਰਨ ਲੱਗੀ ਆਨਸਰ 1 ਪਿੱਛੇ ਆਊਗਾ ਕੁਛ ਨਾ ਕੁਛ, ਅੱਗੇ ਕੁਛ ਵੀ ਹੋਵੇ ਪਿੱਛੇ 1 ਪੱਕਾ ਆਊਗਾ।
जे मैं 21 का स्केयर करन लगी हाँ तो ये तो मेरा आइडिया क्लीयर है कि 1 का स्केयर 1, अगे कुछ भी हो सकता है। ठीक है। फोर्थ प्रॉपर्टी है अपने कोल कि जे अपने डिजिट्स पिछे 4 या 6 है, ठीक है, 4 या 6, तो वो कित्थों बने होणगे, या तो 4 का स्केयर बने होणगे या वो 6 का स्केयर बने होणगे, क्योंकि 4 का स्केयर 16, 6 का स्केयर 36। ठीक है, या सॉरी 4 नहीं, कला 6। जे अपने कोल कला 6 है यूनिट प्लेस विच, कला 6 है अपने कोल, तो कला 6 कित्थों बनया होगा, या 4 तो बनया होगा या वो 6 तो बनया होगा। ठीक है। नैक्सट है कि जे अपने पिछे उहदे पिछे जीरोज़ है, ठीक है, जीरोज़ होणगे तो मतलब वो जिहड़ा मैं नंबर का स्केयर करती पई है उस स्केयर के नंबर पिछे भी जीरो होगी। जे मेरा आंसर कोई 0 0 आ रहा है तो मतलब जिहड़ा नंबर मैं स्केयर करती पई हाँ उहदे पिछे भी की होणगियां 0 0 होणगियां। ठीक है। 6 प्रॉपर्टी की है, हमेशा कोई भी अगर परफेक्ट स्क्वेयर नंबर नूं डिवाइड करांगे 3 नाल तो वो हमेशा 0 या 1 मतलब की है एंड ते प्रोडक्ट एंड ते रिमाइंडर शो करूगा। ठीक है। कोई भी नंबर लै लो उन्होंने की है, मान लो मैं 9 या 4 नंबर लिया, 4 नंबर 3 नाल डिवाइड किया तो 3 1 ज़र 3, 1 रिमाइंडर आ गया। जो मैं 9 नंबर लिया, 9 नूं 3 नाल किया, 3 3 ज़र 9, 0 रिमाइंडर आ गया। ठीक है। तो कोई भी परफेक्ट स्केयर नंबर लै लो उन्होंने 3 नाल डिवाइड करो तो आंसर हमेशा थोड़ा या तो पूरा पूरा आऊगा या थोड़ा 1 की है रिमाइंडर आ जाऊगा। ठीक है। 7th प्रॉपर्टी की है, फॉर अ नैचुरल नंबर n, अगर अपन कोई भी नैचुरल नंबर गिवन हो ना, जिवें मान लो अपन एक 8 गिवन है, एक अपन 7 गिवन है। ठीक है। तो उस उन्होंने दोनों का स्क्वेयर का आंसर कितना होगा, जिवें 8 स्केयर माइनस 7 स्केयर है मान लो, तो इहदा एक फॉर्मूला हुंदा है। फॉर्मूला की हुंदा, ध्यान नाल देखो अपने कोल, इहदा होगा n + 1 + n। इहदा मतलब की है, देखो ये कित्थों बनया होगा, अपने को 7 8 किवें बनया होगा, 7 + 1 का स्केयर करके माइनस 7 का स्केयर, 7 + 1 का स्केयर मतलब n + 1 का स्केयर माइनस, क्योंकि 7 7 सेम है ना, ये n की वैल्यू है, इत्थे पुट कर दो 7 + 1 + 7 तो कितना आ जाऊगा 8 + 7 दैट इज़ 15। तो इहदा आपां सिंपल भी आंसर सॉल्व कर सकते हैं, पर यह सिर्फ है सबट्रैक्शन लई। जिवें अपने कोल आ जाए 15 का स्केयर माइनस 14 का स्केयर, तो इहदा आंसर की होगा अपने कोल n + 1 + n। इत्थे n की वैल्यू कितनी होंगी, आ वाली याद रख लो, सैकेंड टर्म होंगी n वाली, तो कितना आ जाऊगा n 14। ठीक है। सॉरी इत्थे n नहीं होंगी, इत्थे कितना आ जाऊगा 14 + 1 + n दैट इज़ 14, 15 + 14 दैट इज़ कितना आ जाऊगा अपने कोल 29। तो इन्होंने सॉल्व करके आंसर कितना आ जाऊगा अपने कोल 29।